ਮੈਂ ਤੁਹਾਡਾ ਵੀਰ ਡਾਕਟਰ ਹਰੀਸ਼ ਮੁੱਤਰਾ ਅੱਜ ਫਿਰ ਤੁਹਾਡੇ ਲਈ ਤੁਹਾਡਾ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਅੱਜ 3 ਮਈ 2022 ਹੈ ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਕਿਤਾਬ ਵਿੱਚੋਂ ਨੈਤਿਕਤਾ ਤਰਕਸ਼ੀਲਤਾ ਜਿਹੜੀ ਮੈਂ ਕਿਤਾਬ ਸ਼ੁਰੂ ਕੀਤੀ ਉਹਦੇ ਵਿੱਚੋਂ ਪਹਿਲਾਂ ਇੱਕ ਲੇਖ ਪੜ੍ਹਦਾ ਅਤੇ ਫਿਰ ਉਸ ਤੋਂ ਬਾਅਦ ਤੁਹਾਡੇ ਟੈਲੀਫੋਨ ਦੇ ਰਾਹੀਂ ਉਹਨਾਂ ਨੁਕਤਿਆਂ 'ਤੇ ਸੰਵਾਦ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਜੋ ਮੈਂ ਉਸ ਲੇਖ ਦੇ ਵਿੱਚ ਉਸ ਆਰਟੀਕਲ ਦੇ ਵਿੱਚ ਉਠਾਏ ਹੁੰਦੇ ਹਨ, ਯਾਨੀ ਕਿ ਜਾਂ ਕੁਛ ਨੁਕਤੇ ਜਿਨ੍ਹਾਂ ਬਾਰੇ ਸ਼ਾਇਦ ਮੈਂ ਗੱਲ ਨਾ ਕੀਤੀ ਹੋਵੇ। ਅਤੇ ਮੈਂ ਆਪਣੇ ਸਾਰੇ ਕਾਲਰਸ ਦਾ ਸ਼ੁਰੂ ਵਿੱਚ ਹੀ ਇੱਕ ਵਾਰੀ ਫਿਰ ਧੰਨਵਾਦ ਕਰ ਦੇਵਾਂ ਕਿਉਂਕਿ ਤੁਹਾਡੇ ਕਾਲਸ ਨਾਲ ਤੁਹਾਡੇ ਵਿਊਜ਼ ਦੇ ਨਾਲ ਹੀ ਇਹ ਪ੍ਰੋਗਰਾਮ ਜਿਹੜਾ ਜ਼ਿਆਦਾ ਰੋਚਕ ਬਣਦਾ ਅਤੇ ਬੜਾ ਕੁਛ ਸਿੱਖਣ ਨੂੰ ਮਿਲਦਾ ਹੈ। ਅਤੇ ਇਸ ਕਰਕੇ ਮੈਂ ਚਾਹੁੰਦਾ ਕਿ ਤੁਸੀਂ ਅੱਜ ਵੀ ਜਿਹੜਾ ਹੈਗਾ ਹੁਣ ਤੋਂ ਹੀ ਟੈਲੀਫੋਨ ਕਾਲਸ ਕਰਨੀ ਸ਼ੁਰੂ ਕਰ ਦਿਓ ਕਿਉਂਕਿ ਲੇਖ ਬੜਾ ਛੋਟਾ ਹੈਗਾ ਤਾਂ ਕਿ ਤੁਹਾਨੂੰ ਮੈਂ ਟਾਈਮ ਦੇ ਸਕਾਂ। ਨਹੀਂ ਤਾਂ ਬਹੁਤ ਸਾਰੇ ਕਾਲਰਸ ਜਿਹੜੇ ਹੈਗੇ ਕਈ ਵਾਰੀ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਅਤੇ ਉਹ ਵੀ ਨਿਰਾਸ਼ ਹੁੰਦੇ ਹੈ ਅਤੇ ਮੈਨੂੰ ਵੀ ਨਿਰਾਸ਼ਾ ਹੁੰਦੀ ਹੈ। ਇਸ ਪ੍ਰੋਗਰਾਮ ਦਾ ਇੱਕ ਮਕਸਦ ਸਿਰਫ ਇਹੀ ਹੈ ਕਿ ਉਹਨਾਂ ਕੁਛ ਮਸਲਿਆਂ ਬਾਰੇ ਗੱਲ ਕੀਤੀ ਜਾਵੇ ਸ਼ਾਇਦ ਜਿਹੜੇ ਮਸਲੇ ਸ਼ਾਇਦ ਕਿਸੇ ਹੋਰ ਟੈਲੀਵਿਜ਼ਨ 'ਤੇ ਜਾਣੀ ਕਿ ਜਾਂ ਰੇਡੀਓ 'ਤੇ ਨਹੀਂ ਡਿਸਕਸ ਹੁੰਦੇ। ਅਤੇ ਅੱਜ ਵੀ ਮੈਂ ਜਿਹੜਾ ਇਹ ਕਿਤਾਬ ਵਿੱਚ ਜਿਹੜਾ ਮਸਲਾ ਤੁਹਾਡੇ ਲੈ ਕੇ ਆਇਆ ਉਹ ਵੀ ਕੁਛ ਇਹੋ ਜਿਹਾ ਹੀ ਹੈ। ਅਤੇ ਮੈਂ ਇੱਕ ਵਾਰ ਫਿਰ ਗੁਜ਼ਾਰਿਸ਼ ਕਰ ਦੇਵਾਂ ਕਿ ਤੁਸੀਂ ਟੈਲੀਫੋਨ ਕਾਲ ਜਿਹੜੀਆਂ ਹੈਗੀਆਂ ਹੁਣ ਤੋਂ ਸ਼ੁਰੂ ਕਰ ਦਿਓ। ਸਾਡਾ ਟੈਲੀਫੋਨ ਨੰਬਰ ਜਿਹੜਾ ਹੈਗਾ ਉਹ 0300 770 2246 ਹੈ ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਤਾਂ ਫਿਰ ਤੁਹਾਨੂੰ 0044 300 770 2246 ਨੰਬਰ ਘੁੰਮਣਾ ਪਊਗਾ। ਅਤੇ ਜਿਹੜੇ ਵੀ ਤੁਸੀਂ ਮੈਨੂੰ ਸੁਜੈਸ਼ਨ ਵੀ ਦਿੰਦੇ ਹੈਗੇ ਉਹਨਾਂ ਦਾ ਹੀ ਮੈਂ ਪੂਰਾ ਖਿਆਲ ਰੱਖਦਾ ਹੈਗਾ। ਤੁਹਾਡੀ ਪੋਜ਼ੀਟਿਵ ਫੀਡਬੈਕ ਜਿਹੜੀ ਹੈਗੀ ਹੈ ਮੇਰੇ ਮਨ ਨੂੰ ਵੀ ਹੁਲਾਰਾ ਦਿੰਦੀ ਹੈ ਅਤੇ ਫਿਰ ਮਨ ਕਰਦਾ ਹੈਗਾ ਵੀ ਹੋਰ ਵੀ ਵਧੀਆ ਤੋਂ ਵਧੀਆ ਪ੍ਰੋਗਰਾਮ ਜਿਹੜਾ ਹੈਗਾ ਤੁਹਾਡੇ ਸਾਹਮਣੇ ਪੇਸ਼ ਕਰਾਂ। ਅਤੇ ਮੈਂ ਇਹ ਛੋਟਾ ਲੇਖ ਜਿਹੜਾ ਸ਼ੁਰੂ ਕਰਦਾ ਇਹਦਾ ਨਾਂ ਰੱਖਿਆ ਹੈਗਾ ਭੇਡ ਚਾਲ ਅਤੇ ਨਿਜਤਵ ਮਤਲਬ ਯਾਨੀ ਕਿ ਇੰਡੀਵਿਜੂਅਲਿਟੀ। ਦੁਨੀਆ ਵਿੱਚ ਕੁਝ ਬੰਦੇ ਆਪਣੀ ਕਿਸਮ ਦੇ ਹੁੰਦੇ ਹਨ ਅਤੇ ਉਹਨਾਂ ਦੀ ਗਿਣਤੀ ਵੀ ਬੜੀ ਥੋੜ੍ਹੀ ਹੁੰਦੀ ਹੈ। ਉਹਨਾਂ ਦੀ ਹਰ ਚੀਜ਼ ਮੰਗਵੀਂ ਨਹੀਂ ਸਗੋਂ ਆਪਣੀ ਹੁੰਦੀ ਹੈ, ਜਿਵੇਂ ਧਾਰਮਿਕ ਸਿਆਸੀ ਵਿਚਾਰ, ਜ਼ਿੰਦਗੀ ਦੀ ਫਿਲਾਸਫੀ, ਕੱਪੜਿਆਂ ਦੇ ਰੰਗਾਂ ਜਾਂ ਕਿਸਮ ਦੀ ਪਸੰਦ ਅਤੇ ਕੱਪੜੇ ਪਾਉਣ ਦਾ ਤਰੀਕਾ ਅਤੇ ਖਾਣ ਪੀਣ ਦੀਆਂ ਆਦਤਾਂ ਆਦਿ। ਉਹਨਾਂ 'ਚੋਂ ਕਿਸੇ ਵੀ ਗੱਲ ਤੋਂ ਮੰਗਵੇਪਣ ਦੀ ਬੋ ਨਹੀਂ ਆਉਂਦੀ, ਪਰ ਬਹੁਤੇ ਲੋਕ ਭੇਡ ਚਾਲ ਵਿੱਚ ਹੀ ਜ਼ਿੰਦਗੀ ਬਸਰ ਕਰਦੇ ਹਨ ਅਤੇ ਇਹ ਭੇਡ ਚਾਲੀਏ ਹੀ ਹੁੰਦੇ ਹਨ ਜੋ ਆਪਣੀ ਜ਼ਿੰਦਗੀ ਦੀ ਫਿਲਾਸਫੀ ਨੂੰ ਲੋਕਾਚਾਰੀ ਜਾਂ ਸਿਆਣਪ ਦਾ ਦਰਜਾ ਦਿੰਦੇ ਹਨ ਅਤੇ ਆਪਣੀ ਕਿਸਮ ਦੇ ਬੰਦਿਆਂ ਨੂੰ ਮੂਰਖ, ਪਾਗਲ ਜਾਂ ਸਿਰਫਿਰਾ ਠਹਿਰਾਉਂਦੇ ਹਨ। ਮਜ਼ੇਦਾਰ ਗੱਲ ਇਹ ਵੀ ਹੈ ਕਿ ਇਹਨਾਂ ਲੋਕਾਚਾਰ ਦੇ ਧਾਰਨੀਆਂ ਵਿੱਚੋਂ ਕੋਈ ਵੀ ਕਦੇ ਆਪਣੇ ਅਸੂਲਾਂ 'ਤੇ ਨਹੀਂ ਖੜਾਉਂਦੇ ਅਤੇ ਇਹ ਭੇਡ ਚਾਲੀ ਹੀ ਹਨ ਜੋ ਗੰਗਾ ਜਾਣ ਤਾਂ ਗੰਗਾ ਰਾਮ ਅਤੇ ਜਮਨਾ ਜਾਣ ਤਾਂ ਜਮਨਾ ਦਾਸ ਦੀ ਨੀਤੀ ਵਰਤਦੇ ਹਨ। ਹਾਂ, ਅਤੇ ਅੱਜ ਦੁਨੀਆ ਵਿੱਚ ਜੋ ਵੀ ਮਾਰਕੇ ਦੀਆਂ ਗੱਲਾਂ ਹੋਈਆਂ ਹਨ ਉਹ ਸਿਰਫ ਨਿਜਤਵ ਵਾਲੇ ਬੰਦਿਆਂ ਕਰਕੇ ਹੀ ਨੇ ਜਿਨ੍ਹਾਂ ਭੇਡ ਚਾਲੀਆਂ ਤੋਂ ਵੱਖਰਾ ਸੋਚਿਆ। ਸਾਨੂੰ ਭੇਡ ਚਾਲੀਆਂ ਵਿੱਚੋਂ ਇਹੋ ਜਿਹੇ ਨਮੂਨੇ ਵੀ ਲੱਭਣਗੇ ਜਿਨ੍ਹਾਂ ਨਾਲ ਜਿਸ ਮਰਜ਼ੀ ਵਿਸ਼ੇ 'ਤੇ ਗੱਲ ਕਰ ਲਓ ਮੈਨੂੰ ਤਾਂ ਪਤਾ ਦਾ ਕਢਾਇਆ ਜਵਾਬ ਮਿਲੇਗਾ। ਇਹ ਲੋਕ ਧੋਖੇ ਵਿੱਚ ਹੀ ਸਾਰੀ ਜ਼ਿੰਦਗੀ ਕੱਟ ਜਾਂਦੇ ਹਨ, ਪਰ ਕਾਠ ਦੀ ਹਾਂਡੀ ਕਿੰਨੀ ਕੁ ਦੇਰ ਚੜ੍ਹੇਗੀ, ਇੱਕ ਨਾ ਇੱਕ ਦਿਨ ਅਸਲੀਅਤ ਬਾਹਰ ਆ ਕੇ ਹੀ ਰਹਿੰਦੀ ਹੈ। ਭੇਡ ਚਾਲੀਆਂ ਦੀ ਚੀਰ ਫਾੜ ਕਰਨ 'ਤੇ ਬੜੀਆਂ ਮਜ਼ੇਦਾਰ ਗੱਲਾਂ ਬਾਹਰ ਆਉਂਦੀਆਂ ਹਨ। ਔਰਤਾਂ ਦੇ ਕੱਪੜਿਆਂ ਦੀ ਹੀ ਉਦਾਹਰਨ ਲਓ, ਇਹਨਾਂ ਵਿੱਚ ਬਹੁਤਿਆਂ ਨੇ ਰੇ ਪਜਾਮਾ, ਬੋਟਮ, ਸਾੜੀ, ਸਲੈਕਸ ਜਾਂ ਪੈਂਟ ਰੀਸੋ ਰੀਸੀ ਪਾਉਣੀ ਆ। ਇਸ ਗੱਲ ਦੀ ਕੌਣ ਪਰਵਾਹ ਕਰਦਾ ਕਿ ਕਿਸੇ ਚੀਜ਼ ਦਾ ਰਿਵਾਜ ਹੈ ਵੀ ਜਾਂ ਪਾਉਣ ਵਾਲੇ ਨੂੰ ਸਜਦਾ ਵੀ ਹੈ ਜਾਂ ਨਹੀਂ, ਪਰ ਭੇਡ ਚਾਲਾਂ ਨੇ ਆਪਣਾ ਚਾਅ ਜ਼ਰੂਰ ਪੂਰਾ ਕਰਨਾ। ਕਾਫੀ ਦੇਰ ਹੋਈ ਹਿੰਦੁਸਤਾਨ ਇੰਡੀਆ ਵਿੱਚ, ਖਾਸ ਕਰਕੇ ਪੰਜਾਬ ਵਿੱਚ, ਭਾਰਤ ਵਿੱਚ ਸਲੈਕਸਾਂ ਦਾ ਰਿਵਾਜ ਚੱਲ ਪਿਆ। ਬਸ ਫਿਰ ਕੀ ਸੀ, ਹਰ ਇੱਕ ਦੇ ਸਲੈਕਸ, ਭਾਵੇਂ ਜਵਾਨ ਅਤੇ ਭਾਵੇਂ ਅੱਧਖੜ, ਭਾਵੇਂ ਸਲੈਕਸ ਸਜਦੀ ਹੋਵੇ ਜਾਂ ਨਾ। ਸਲੈਕਸ ਦੀ ਇੰਨੀ ਜ਼ਿਆਦਾ ਬੇਕਦਰੀ ਹੋਈ ਕਿ ਜਦ ਆਦਮਪੁਰ ਦੀ ਨਹਿਰ 'ਤੇ ਘਾਹ ਖੋਤਣ ਲਈ ਵੀ ਜਦ ਸਲੈਕਸ ਵਰਤਣੀ ਜਾਣ ਲੱਗੀ ਤਾਂ ਜਾ ਕੇ ਰਿਵਾਜ ਹਟਿਆ। ਇਹੋ ਹਾਲ ਰੇ ਪਜਾਮਿਆਂ, ਪੈਂਟਾਂ ਅਤੇ ਸ਼ਰਾਰਿਆਂ ਦਾ ਹੈ। ਇਹੋ ਜਿਹੇ ਕਿੰਨੇ ਕੁ ਲੋਕ ਹਨ ਜਿਨ੍ਹਾਂ ਵਾਕਿਆ ਹੀ ਕਦੇ ਇਹ ਘੁੱਖਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਮੈਨੂੰ ਅਸਲ ਵਿੱਚ ਸਜਦਾ ਕੀ ਹੈ ਅਤੇ ਫਿਰ ਸਿਰਫ ਉਸੇ ਹੀ ਵਰਤੋਂ ਕੀਤੀ ਜਾਵੇ। ਗੱਲ ਸਿਆਸਤ ਦੀ ਛੇੜ ਲਓ, ਜਿੰਨੇ ਮਰਜ਼ੀ ਭੇਡ ਚਾਲੀਏ ਲੱਭੋ। ਜੇ ਕਾਂਗਰਸ ਦਾ ਪੱਲਾ ਭਾਰੀ ਹੈ ਤਾਂ ਕਾਂਗਰਸੀ, ਜੇ ਜਨਤਾ ਪਾਰਟੀ ਉੱਪਰ ਹੈ ਤਾਂ ਜਨਤਾ ਪੱਖੀ, ਜੇ ਕੱਲ੍ਹ ਨੂੰ ਜ਼ਿਆਦਾ ਲੋਕ ਕਮਿਊਨਿਸਟ ਖਿਆਲਾਂ ਦੇ ਹੋ ਗਏ ਤਾਂ ਇਹ ਗਿਰਗਟੀ ਲੋਕ ਕਮਿਊਨਿਸਟ ਹੋ ਜਾਣਗੇ। ਦੱਸੋ ਭਲਾ ਤੁਸੀਂ ਇਹੋ ਜਿਹੇ ਚਲੰਤਾਂ 'ਤੇ ਕੀ ਯਕੀਨ ਕਰੋਗੇ ਜਿਨ੍ਹਾਂ ਨੂੰ ਆਪ ਨਹੀਂ ਪਤਾ ਕਿ ਮੈਂ ਹੈ ਕੀ ਬਲਾ।
ਇਹੋ ਜਿਹੀਆਂ ਰੰਗੀਲੀਆਂ ਹਸਤੀਆਂ ਕਿਸੇ ਨੂੰ ਕੀ ਸੇਧ ਦੇ ਸਕਦੀਆਂ ਹਨ। ਜੇ ਦੁਨੀਆ ਦੀ ਸਿਆਸਤ ਵਿੱਚ ਕਿਸੇ ਨੇ ਕੋਈ ਨਵਾਂ ਸਿਧਾਂਤ ਪੇਸ਼ ਕੀਤਾ ਤਾਂ ਉਹ ਇਹਨਾਂ ਭੇਡ ਚਾਲੀਆਂ 'ਚੋਂ ਕੋਈ ਨਹੀਂ ਹੋਇਆ, ਸਗੋਂ ਨਿਜਤਵ ਰੱਖਣ ਵਾਲੇ ਸੀ। ਜੇ ਕਾਰਲ ਮਾਰਕਸ ਨੇ ਦੁਨੀਆ ਦੀ ਸਿਆਸਤ ਨੂੰ ਇੱਕ ਨਵਾਂ ਸਿਧਾਂਤ ਦਿੱਤਾ ਤਾਂ ਉਹ ਨਿਜਤਵ ਜ਼ਾਹਰ ਕਰਨ ਤੋਂ ਕਦੇ ਨਹੀਂ ਡਰਿਆ। ਉਹਨੂੰ ਅੱਤ ਦੀ ਗਰੀਬੀ ਅਤੇ ਨਫ਼ਰਤ ਮਿਲੀ, ਪਰ ਉਹ ਆਪਣੇ ਆਪ 'ਤੇ ਡਟਿਆ ਰਿਹਾ ਅਤੇ ਡਾਕਟਰੇਟ ਦੀ ਡਿਗਰੀ ਪਾਸ ਕੀਤੀ ਹੋਣ ਦੇ ਬਾਵਜੂਦ ਭੁੱਖਾ ਮਰਦਾ ਰਿਹਾ। ਆਪਣੇ ਜੁਦੇ ਜੀ ਭਾਵੇਂ ਉਸ ਨੂੰ ਘਿਰਨਾ ਅਤੇ ਗਾਲਾਂ ਹੀ ਮਿਲੀਆਂ, ਪਰ ਅੱਜ ਦੁਨੀਆ ਦੇ ਤਕਰੀਬਨ 60% ਤੋਂ ਵੀ ਜ਼ਿਆਦਾ ਲੋਕ ਉਸ ਬੰਦੇ ਦੀ ਪੂਜਾ ਕਰਦੇ ਹਨ। ਸਿਆਸਤ ਤੋਂ ਬਾਹਰ ਨਿਕਲ ਕੇ ਧਰਮ ਵੱਲ ਚਲੇ ਜਾਓ, ਉੱਥੇ ਕਿਹੜਾ ਭੇਡ ਚਾਲੀਆਂ ਦਾ ਕੋਈ ਤੋੜਾ। ਬਹੁਤਿਆਂ ਨੂੰ ਇਹ ਪਤਾ ਹੀ ਨਹੀਂ ਕਿ ਉਹ ਫਲਾਣੇ ਧਰਮ ਬਾਰੇ ਸਿੱਧ ਪੀਰ ਪੈਗੰਬਰ ਜਾਂ ਕਿਸੇ ਦੇਵੀ ਦੇਵਤੇ ਨੂੰ ਕਿਉਂ ਮੰਨਦੇ ਹਨ। ਜੇ ਕੋਈ ਪੁੱਛੇ ਕਿ ਤੇਰੇ ਧਰਮ ਦੀ ਮਹਾਨਤਾ ਕੀ ਹੈ ਤਾਂ ਉਹਨਾਂ ਦਾ ਮੂੰਹ ਪਾਟੇ ਟਾਇਰ ਵਾਂਗ ਖੁੱਲ੍ਹੇ ਦਾ ਖੁੱਲ੍ਹਾ ਹੀ ਰਹਿ ਜਾਂਦਾ। ਕਈ ਵਾਰ ਸਿਰਫ ਇਹਨਾਂ ਦਾ ਇੰਨਾ ਹੀ ਜਵਾਬ ਸੁਝਦਾ ਕਿ ਆਮ ਲੋਕ ਮੰਨਦੇ ਆ, ਮੇਰੇ ਘਰ ਦੇ ਹੀ ਮੰਨਦੇ ਸੀ। ਇਹ ਲਕੀਰ ਦੇ ਫਕੀਰ ਅੰਧ ਵਿਸ਼ਵਾਸੀ ਅਤੇ ਭੇਡ ਚਾਲੀਏ ਨਹੀਂ ਤਾਂ ਹੋਰ ਕੀ ਹਨ। ਮਨਸੂਰ, ਈਸਾ ਮਸੀਹ, ਸੁਕਰਾਤ, ਗੁਰੂ ਨਾਨਕ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਭਾਵੇਂ ਮੌਤ ਦੀ ਸਜ਼ਾ ਦਿੱਤੀ ਗਈ ਸੀ, ਪਰ ਉਹ ਆਪਣੇ ਵਿਚਾਰਾਂ ਉੱਤੇ ਡਟੇ ਰਹੇ। ਉਹ ਭੇਡ ਚਾਲੀਏ ਨਹੀਂ ਸਨ। ਕਿਸੇ ਮਗਰ ਬਿਨਾਂ ਕਿਸੇ ਕੁਛ ਸੋਚ ਸਮਝੇ ਤੁਰਨ ਵਾਲਿਆਂ ਨੂੰ ਹੀ ਭੇਡ ਚਾਲੀਏ ਕਿਹਾ ਜਾਂਦਾ ਹੈ। ਸਾਡਾ ਫਰਜ਼ ਬਣਦਾ ਕਿ ਅਸੀਂ ਜੋ ਵੀ ਕਰੀਏ ਜਾਂ ਯਕੀਨ ਰੱਖੀਏ ਉਹਦੇ ਬਾਰੇ ਪੂਰਾ ਗਿਆਨ ਵੀ ਰੱਖੀਏ। ਮਾਂਗਵੇਂ ਵਿਚਾਰ ਜਾਂ ਸੋਚਣੀ ਕਦੇ ਵੀ ਜ਼ਿਆਦਾ ਦੇਰ ਨਹੀਂ ਚੱਲ ਸਕਦੀ। ਭੇਡ ਚਾਲੀਏ ਦਿਨ ਵਿੱਚ ਕਈ ਵਾਰ ਮਰਦੇ ਅਤੇ ਜੁਦੇ ਹਨ, ਪਰ ਨਿਜਤਵ ਵਾਲੇ ਦਲੇਰ ਬਹਾਦਰ ਇਨਸਾਨ ਸਿਰਫ ਇੱਕ ਵਾਰ ਹੀ ਮਰਦੇ ਹਨ। ਇਹ ਭੇਡ ਚਾਲੀਏ ਇੱਕ ਪੀਰ, ਗੁਰੂ, ਪੈਗੰਬਰ ਆਦਿ ਨੂੰ ਮੰਨਦੇ ਹੋਣ ਤਾਂ ਠੀਕ ਹੈ, ਪਰ ਇਹ ਤਾਂ ਥਾਂ ਥਾਂ ਪ੍ਰਸ਼ਾਦ ਚੜਾਉਂਦੇ ਹਨ ਅਤੇ ਵਰਤ ਰੱਖ ਝੋਲੀਆਂ ਭਰਨ ਦੀ ਲਾਲਸਾ ਵਿੱਚ ਗ੍ਰਸੇ ਪਏ ਹਨ। ਹੈਰਾਨੀ ਤਾਂ ਇਸ ਗੱਲ ਦੀ ਵੀ ਹੈ ਕਿ ਇਹਨਾਂ ਨੂੰ ਸਾਰੇ ਸਤਨਾਜੇ ਵਿੱਚੋਂ ਇੱਕ ਬਾਰੇ ਵੀ ਪੂਰੀ ਜਾਣਕਾਰੀ ਨਹੀਂ ਹੁੰਦੀ। ਜੇ ਕੋਈ ਉਹਨਾਂ ਦੀ ਪਖੰਡਬਾਜ਼ੀ ਦੇ ਉਲਟ ਹੋਵੇ ਤਾਂ ਉਹਨੂੰ ਇਹ ਬੜਾ ਮਾੜਾ ਗਿਣਦੇ ਹਨ। ਉਹ ਇਹ ਦਲੀਲ ਦਿੰਦੇ ਹਨ ਕਿ ਇੰਨੇ ਸਾਰੇ ਲੋਕ ਇਸ ਗੱਲ ਨੂੰ ਮੰਨ ਰਹੇ ਹਨ ਤਾਂ ਇਹਦਾ ਆਪਣਾ ਹੀ ਨਿਆਰਾ ਰਾਹ ਠੀਕ ਕਿਵੇਂ ਹੋ ਸਕਦਾ। ਲੋਕਤੰਤਰੀ ਰਾਜ ਦਾ ਬਹੁਤ ਵੱਡਾ ਨੁਕਸ ਇਹ ਹੈ ਕਿ 100 ਵਿੱਚੋਂ ਇੱਕ ਸਿਆਣੇ ਨੂੰ 99 ਬੇਵਕੂਫ ਇੱਕ ਵੱਡਾ ਬੇਵਕੂਫ ਸਿੱਧ ਕਰ ਦੇਣਗੇ। ਸਵਾਲ ਉੱਠਦਾ ਕਿ ਇਹਨਾਂ ਨੂੰ ਭੇਡ ਚਾਲੀਏ ਕਿਹਾ ਕਿਉਂ ਜਾਂਦਾ। ਸਾਨੂੰ ਪਤਾ ਕਿ ਭੇਡਾਂ ਦਾ ਇੱਕ ਖਾਸ ਗੁਣ ਆ ਕਿ ਜਿੱਧਰ ਨੂੰ ਇੱਕ ਭੇਡ ਤੁਰ ਪਵੇ, ਬਾਕੀ ਦੀਆਂ ਨੇ ਬਿਨਾਂ ਕੁਝ ਸੋਚੇ ਸਮਝੇ ਉੱਧਰ ਮਗਰ ਲੱਗ ਜਾਣਾ ਅਤੇ ਤੁਰ ਪੈਣਾ ਹੈ। ਸੋ ਜਿਹੜੇ ਲੋਕ ਬਿਨਾਂ ਕਿਸੇ ਗੱਲ ਦੇ ਸੋਚੇ ਸਮਝੇ ਮੂੰਹ ਚੱਕ ਕੇ ਕਿਸੇ ਪਿੱਛੇ ਲੱਗ ਜਾਂਦੇ ਹਨ, ਉਹ ਭੇਡ ਚਾਲੀਏ, ਉਹਨਾਂ ਨੂੰ ਭੇਡ ਚਾਲੀਏ ਕਿਹਾ ਜਾਂਦਾ ਹੈ। ਕਿਤੇ ਮੁਜ਼ਾਹਰਾ ਕਰਨਾ ਹੋਵੇ, ਜਲੂਸ ਕੱਢਣਾ ਹੋਵੇ, ਭੇਡ ਚਾਲੀਆਂ ਦੀ ਨਫਰੀ ਜ਼ਿਆਦਾ ਹੋਵੇਗੀ। ਜਿਨ੍ਹਾਂ 'ਚੋਂ ਕਿਸੇ ਨੂੰ ਪੁੱਛਣ ਉੱਤੇ ਕਿ ਤੂੰ ਮੁਜ਼ਾਹਰੇ ਜਾਂ ਜਲੂਸ ਵਿੱਚ ਕਿਉਂ ਆਇਆ ਤਾਂ ਜਵਾਬ ਹੁੰਦਾ ਕਿ ਮੈਨੂੰ ਤਾਂ ਫਲਾਣਾ ਲੈ ਆਇਆ ਸੀ, ਮੈਨੂੰ ਤਾਂ ਪਤਾ ਨਹੀਂ ਇਹ ਜਲੂਸ ਜਾਂ ਮੁਜ਼ਾਹਰਾ ਕਿਸ ਕਰਕੇ ਹੈ। ਨਿਜਤਵ ਵਾਲੇ ਲੋਕਾਂ ਨੂੰ ਆਪਣੀ ਉਮਰ ਵਿੱਚ ਇਹਨਾਂ ਭੇਡ ਚਾਲੀਆਂ ਦੀ ਵਿਰੋਧਤਾ ਤੋਂ ਬਿਨਾਂ ਕਈ ਹੋਰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ। ਇਹ ਗੱਲ ਵੱਖਰੀ ਹੈ ਕਿ ਅਖੀਰ ਵਿੱਚ ਇਹ ਵਿਰੋਧੀ ਹੀ ਭੇਡ ਚਾਲੀਏ ਬਣ ਜਾਂਦੇ ਹਨ। ਕਈ ਵਾਰ ਤਾਂ ਇਹ ਭੇਡ ਚਾਲੀਏ ਜਿਉਂਦੀਆਂ ਲਾਸ਼ਾਂ ਵਾਂਗ ਲੱਗਣ ਲੱਗਦੇ ਹਨ। ਇਹ ਤਾਂ ਸੀ ਮੇਰਾ ਇਹ ਛੋਟਾ ਜਿਹਾ ਲੇਖ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ, ਅਤੇ ਹੁਣ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਤਾਂ ਕਿ ਆਪਾਂ ਇਸ ਵਿਸ਼ੇ 'ਤੇ, ਇਸ ਸਬਜੈਕਟ 'ਤੇ ਖੁੱਲ੍ਹ ਕੇ ਚਰਚਾ ਕਰ ਸਕੀਏ। ਕਿਉਂਕਿ ਬਹੁਤ ਸਾਰੇ ਲੋਕ ਹੈ ਜਿਹੜੇ ਆਪਣੀ ਸੋਚ ਵਾਲੇ ਹੁੰਦੇ ਹੈ। ਜਿਸ ਤਰ੍ਹਾਂ ਕਹਿੰਦੇ ਹੈ ਬਹੁਤ ਵਧੀਆ ਜਿਹੜਾ ਉਹ ਸ਼ੇਅਰ ਹੈਗਾ, ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ। ਅਤੇ ਗੱਲ ਯਾਨੀ ਕਿ ਇਹੀ ਹੈ ਲੈ ਵੀ ਜਿਹੜਾ ਬੰਦਾ ਆਪਣੀ ਕਿਸਮ ਦੀ ਸੋਚ ਰੱਖਦਾ ਹੈਗਾ, ਨਾ ਕਿ ਵੀ ਆਹ ਸਾਰੇ ਲੋਕ ਕਰਦੇ ਅਤੇ ਮੈਂ ਵੀ ਇੱਦਾਂ ਕਰਾਂ, ਉੱਥੇ ਕੁਐਸਚਨ ਮਾਰਕ ਅਸੀਂ ਕਿੰਨਾ ਕਰਦੇ ਹਾਂ। ਚਾਹੇ ਅਸੀਂ ਘਰ ਵਿੱਚ ਹੋਈਏ, ਜਿਹੜੇ ਰੀਤੀ ਰਿਵਾਜ ਅਸੀਂ ਕਰਦੇ ਹਾਂ ਉਹਨਾਂ 'ਤੇ ਅਸੀਂ ਕੁਐਸਚਨ ਮਾਰਕ ਕਿੰਨਾ ਕੀਤਾ ਹੈਗਾ। ਅਸੀਂ ਲੋਕਾਂ ਨੂੰ ਖੁਸ਼ ਕਰਨ ਦੇ ਲਈ ਇਹ ਕੰਮ ਕਰਦੇ ਰਹਿੰਦੇ ਹਾਂ। ਸਾਡੀ ਆਪਣੀ ਪਰਸਨੈਲਿਟੀ ਕੀ ਹੈ, ਸਾਡੀ ਆਪਣੀ ਇੰਡੀਵਿਜੂਅਲਿਟੀ ਕੀ ਹੈ, ਯਾਨੀ ਕਿ ਜਾਂ ਕਿਸੇ ਨਾਲ ਕੋਈ ਇਨਜਸਟਿਸ ਹੋ ਰਿਹਾ ਹੈਗਾ। ਜੇ ਕਿਸੇ ਨੇ ਸਾਰਿਆਂ ਨੇ ਉੱਧਰਲੇ ਪਾਸੇ ਵੋਟਾਂ ਪਾਤੀਆਂ ਅਤੇ ਤੁਸੀਂ ਵੀ ਨਾਲ ਲੱਗਦੇ ਉੱਧਰਲੇ ਪਾਸੇ ਜਿਹੜਾ ਫਲੋ ਦੇ ਨਾਲ ਹੀ ਉੱਧਰ ਨੂੰ ਤੁਸੀਂ ਹੋ ਗਏ, ਇਹ ਕੀ ਜਸਟੀਫਾਈ ਹੈ? ਕੀ ਤੁਹਾਡੀ ਜਿਹੜੀ ਕੌਨਸ਼ੀਅਸ ਹੈਗੀ ਆ ਉਹ ਤੁਹਾਨੂੰ ਕੀ ਕਹਿੰਦੀ ਹੈ? ਉਹ ਕੀ ਤੁਹਾਨੂੰ ਅਲਾਓ ਕਰਦੀ ਹੈ ਲੈ ਵੀ ਮੈਂ ਇਹ ਕੀਤਾ? ਕੀ ਤੁਸੀਂ ਗਿਲਟੀ ਫੀਲ ਕਰਦੇ ਹੋ ਬਾਅਦ ਵਿੱਚ ਵੀ ਮੈਂ ਇਹ ਗਲਤ ਕੰਮ ਕੀਤਾ? ਜਾਂ ਕਿਸੇ ਪਾਸੇ ਵੀ ਤੁਸੀਂ ਜਾਣੀ ਕਿ ਜਿਹੜੀਆਂ ਜੇ ਤਰੱਕੀਆਂ ਦੁਨੀਆ ਵਿੱਚ ਹੋਈਆਂ ਹੈਗੀਆਂ ਤਾਂ ਉਹਨਾਂ ਲੋਕਾਂ ਨੇ ਤਰੱਕੀਆਂ ਕੀਤੀਆਂ, ਉਹਨਾਂ ਲੋਕਾਂ ਨੇ ਰਿਫੋਰਮ ਕੀਤੇ ਹੈਗੇ ਆ, ਚਾਹੇ ਉਹ ਸੋਸ਼ਲ ਰਿਫੋਰਮ ਸੀ, ਚਾਹੇ ਪੋਲੀਟੀਕਲ ਰਿਫੋਰਮ ਸੀ, ਚਾਹੇ ਯਾਨੀ ਕਿ ਜਿਹੜੇ ਸੀਗੇ ਰਿਲੀਜੀਅਸ ਰਿਫੋਰਮ ਸੀਗੇ। ਜਿਨ੍ਹਾਂ ਲੋਕਾਂ ਨੇ ਵੱਖਰਾ ਸੋਚਿਆ, ਜਿਨ੍ਹਾਂ ਲੋਕਾਂ ਦੀ ਆਪਣੀ ਇੰਡੀਵਿਜੂਅਲਿਟੀ ਸੀ, ਜਿਨ੍ਹਾਂ ਨੇ ਸੋਚਿਆ ਲੈ ਵੀ ਹਾਂ ਨਹੀਂ ਇਹ ਗੱਲ ਗਲਤ ਹੈਗੀ ਆ, ਇਸ ਕਰਕੇ ਮੈਂ ਜਿਹੜਾ ਹੈਗਾ ਇਹਦੇ ਖਿਲਾਫ ਜਿਹੜਾ ਹੈਗਾ ਚਾਹੇ ਇਕੱਲਾ ਹੀ ਹੋਵਾਂ ਮੈਂ ਇਨਕੇ ਡਟ ਕੇ ਪਹਿਰਾ ਦਊਂਗਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਹੈਲੋ, ਹਾਂਜੀ, ਕੀ ਕਹਿਣਾ ਚਾਹੋਗੇ?
ਹੈਲੋ ਜੀ, ਜੈ ਭੀਮ ਜੈ ਭਾਰਤ। ਡਾਕਟਰ ਸਾਹਿਬ ਜੈ ਭੀਮ ਜੈ ਭਾਰਤ ਜੀ। ਹਾਂਜੀ, ਕੀ ਕਹਿਣਾ ਚਾਹੋਗੇ? ਡਾਕਟਰ ਸਾਹਿਬ, ਜਿਹੜਾ ਤੁਸੀਂ ਇਹ ਪ੍ਰਿੰਸੀਪਲ ਦਾ ਮੁੱਦਾ ਲੈ ਕੇ ਆਏ ਨੇ, ਆਪਣੇ ਜਿਹੜੇ ਹਰੇਕ ਆਦਮੀ ਦਾ ਆਪਣਾ ਪ੍ਰਿੰਸੀਪਲ ਹੋਣਾ ਚਾਹੀਦਾ। ਹਾਂ ਹਾਂ ਹਾਂ। ਕਿਉਂਕਿ ਜਦੋਂ ਜਿਸ ਇਨਸਾਨ ਦੇ ਪ੍ਰਿੰਸੀਪਲ ਨਹੀਂ ਠੀਕ, ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਦੁਨੀਆ ਤੇ। ਕਿਉਂਕਿ ਪ੍ਰਿੰਸੀਪਲ ਇੱਕ ਇਹੋ ਜਿਹੀ ਚੀਜ਼ ਹੈ, ਆਦਮੀ ਦੇ ਕਰੈਕਟਰ ਨੂੰ ਉਹ ਦਰਸਾਉਂਦਾ। ਬਿਲਕੁਲ ਬਿਲਕੁਲ। ਕਿਉਂਕਿ ਜਿਸ ਆਦਮੀ ਦੇ ਇੱਕ ਫਰਜ਼ੀ ਝੂਠ ਬੋਲਿਆ, ਉਹਨੂੰ 100 ਵਾਰੀ ਝੂਠ ਬੋਲਣਾ ਪੈਂਦਾ ਇੱਕ ਝੂਠ ਨੂੰ ਛੁਪਾਉਣ ਦੇ ਲਈ। ਤੇ ਕਈ ਆਦਮੀ ਹਮੇਸ਼ਾ ਬਾਰ-ਬਾਰ ਆਪਣੇ ਆਪ ਨੂੰ ਉੱਚਾ ਸਮਝਣ ਦੇ, ਆਪਣੇ ਆਪ ਨੂੰ ਉਹ ਲੁਕਾਉਂਦੇ ਆ ਕਿ ਅਸੀਂ ਮਤਲਬ ਸਾਰਾ ਕੁਝ ਜਾਣਦੇ ਆ। ਪਰ ਹਰੇਕ ਆਦਮੀ ਸਾਰਾ ਕੁਝ ਨਹੀਂ ਜਾਣਦਾ, ਗਲਤੀ ਕਰ ਸਕਦਾ। ਹਰੇਕ ਇਨਸਾਨ ਨੂੰ ਇਹ ਚਾਹੀਦਾ ਕਿ ਪਹਿਲੇ ਤੇ ਆਪਣੀ ਗਲਤੀ ਨੂੰ ਪਛਾਣੇ ਕਿ ਮੈਂ ਇੱਥੇ ਗਲਤ ਆ। ਉਹਨੂੰ ਪਤਾ ਹੋਣਾ ਚਾਹੀਦਾ ਕਿ ਗਲਤੀ, ਇਹ ਮੇਰੀ ਗਲਤੀ ਹੈ। ਅਗਰ ਉਹ ਦੂਸਰਾ ਕੋਈ ਗਲਤੀ ਉਹਨੂੰ ਦੱਸਦਾ ਕਿ ਤੁਹਾਡੀ ਗਲਤੀ ਆ, ਤੇ ਉਹਨੂੰ ਐਕਸੈਪਟ ਕਰਨਾ ਵੀ ਇੱਕ ਆਦਮੀ ਦੇ ਵਿੱਚ ਗੁਣ ਹੁੰਦਾ। ਪਰ ਆਪਣੇ ਮਾਨ ਸਾਹਿਬ, ਜਾਣੀ ਕਿ ਜਿਹੜੀਆਂ ਕਈ ਆਪਣੇ ਚਾਹੇ ਵਿਆਹ ਦੀਆਂ ਰਸਮਾਂ ਹੈਗੀਆਂ, ਚਾਹੇ ਜਿਹੜਾ ਜਦੋਂ ਆਦਮੀ ਇਸ ਦੁਨੀਆ ਤੋਂ ਇਨਸਾਨ ਜਾਣੀ ਕਿ ਰੁਖਸਤ ਹੋ ਜਾਂਦਾ ਹੈਗਾ, ਉਹੋ ਜਿਹੀਆਂ ਹੈਗੀਆਂ, ਜਾਂ ਹੋਰ ਬਹੁਤ ਸਾਰੀਆਂ ਧਾਰਨਾਵਾਂ ਜਾਂ ਆਪਣੀ ਫੈਮਲੀਆਂ ਵਿੱਚ ਵੀ ਅਸੀਂ ਦੇਖਦੇ ਹੈਗੇ ਹਾਂ। ਜੇ ਕੋਈ ਇੱਕ ਦੇ ਬੰਦੇ ਦੇ ਉਹਨਾਂ ਕੋਈ ਰੰਜਿਸ਼ ਹੋਊਗੀ, ਉਹ ਬਾਕੀਆਂ ਨੂੰ ਵੀ ਨਾਲ ਲਾ ਲੂ, ਉਹ ਬਿਨਾਂ ਕਿਸੇ ਸੋਚ ਸਮਝੇ ਹਾਂ ਜੀ ਮੈਂ ਵੀ ਤੇਰੇ ਨਾਲ ਆ। ਦੇਖੋ ਜੀ, ਜਿਹੜੀਆਂ ਨਾ ਹੁਣ ਵਿਆਹਾਂ ਦੀਆਂ ਰਸਮਾਂ ਹੈਗੀਆਂ ਜਾਂ ਕੁਝ ਵੀ ਆ, ਉਹ ਕਿਸੇ ਕਿਤਾਬ 'ਚ ਨਹੀਂ ਲਿਖੀਆਂ ਆ। ਤੋ ਜਿੱਦਾਂ ਜਿੱਦਾਂ ਪੁਰਾਣੇ ਬੁੜੇ ਬਜ਼ੁਰਗ ਕਰਦੇ ਆਏ, ਉਦਾਂ ਹੀ ਅਸੀਂ ਲੱਗੇ ਆ। ਆਪਾਂ ਫਿਰ ਭੇਡ ਚੱਲੀਏ ਹੋਏ ਨਾ ਬਸ। ਹਾਂਜੀ ਹਾਂ, ਭੇਡ ਚਾ ਲਿਆ ਇਹ। ਜੇ ਇੱਕ ਭੇਡ ਖੂਹ 'ਚ ਡਿੱਗੀ ਹੈ ਨਾ, ਸਾਰੀਆਂ ਭੇਡਾਂ ਨੇ ਉੱਥੇ ਹੀ ਜਾਣਾ। ਤੇ ਇੱਕ ਇਹ ਨਹੀਂ ਸੋਚਦੇ ਵੀ ਇਹ ਤਾਂ ਖੂਹ 'ਚ ਡਿੱਗੀ ਵੀ ਅਸੀਂ ਕਿਉਂ ਡਿੱਗਣਾ। ਤੇ ਦੂਸਰੀ ਗੱਲ ਹੈ ਕਿ ਸਾਡੇ ਜਿਹੜੇ ਲੋਕ ਹੈਗੇ ਆ ਨਾ, ਵਿਆਹਾਂ ਤੇ ਵੀ ਰਸਮੋ ਰਿਵਾਜ ਜਿਹੜੇ ਉਹਨਾਂ ਦੇ ਪਹਿਲਾਂ ਇੰਡੀਆ ਵਿੱਚ ਰਸਮੋ ਰਿਵਾਜ ਹੁੰਦੇ ਸੀ, ਸਿਰਫ ਬਹੁਤ ਘੱਟ ਖਰਚੇ ਤੇ ਵਿਆਹ ਸ਼ਾਦੀ ਕਰਦੇ ਸੀ। ਨਹੀਂ, ਮੇਰਾ ਮਤਲਬ ਮਾਨ ਸਾਹਿਬ ਤੁਹਾਡਾ ਪੁੱਛਣ ਦਾ ਇਹ ਹੈਗਾ ਵੀ ਅਸੀਂ ਕੁਐਸਚਨ ਕਿਉਂ ਨਹੀਂ ਕਰਦੇ ਵੀ ਇਹ ਜਿਹੜਾ ਬੰਦਾ ਕੋਈ ਵੱਖਰਾ ਸੋਚਦਾ ਉਹਨੂੰ ਅਸੀਂ ਕਹਿੰਦੇ ਵੀ ਇਹ ਤਾਂ ਪਾਗਲ ਆ, ਯਾਨੀ ਕਿ ਬਾਕੀ ਸਾਰੀ ਦੁਨੀਆ ਇੱਧਰ ਨੂੰ ਮੰਨਦੀ ਆ। ਉਹ ਸਮਾਜ ਦੀ ਕ੍ਰਿਟਿਸਿਜ਼ਮ ਤੋਂ ਡਰਦਾ। ਅਗਰ ਤੁਸੀਂ ਸਮਾਜ ਤੋਂ ਡਰੋਗੇ ਨਾ, ਤੁਸੀਂ ਕਦੇ ਕਾਮਯਾਬ ਨਹੀਂ ਹੋ ਸਕਦੇ। ਜਿਸ ਤਰ੍ਹਾਂ ਤੁਸੀਂ ਕਿਹਾ ਨਾ ਵੀ ਜਦੋਂ ਹੁਣ ਪਹਿਲੀ ਤਾਂ ਗੱਲ ਹੈ ਨਾ ਕਿ ਜਦੋਂ ਇਨਸਾਨ ਦੇ ਜਿਹੜੇ ਪ੍ਰਿੰਸੀਪਲ ਨਹੀਂ ਠੀਕ, ਆਪਣੇ ਨਹੀਂ ਪ੍ਰਿੰਸੀਪਲ, ਉਹਨੂੰ ਦ੍ਰਿੜ ਹੋਣਾ ਚਾਹੀਦਾ ਕਿ ਮੈਂ ਇਹ ਕੰਮ ਕਰਨਾ, ਮੈਂ ਕਿਸੇ ਦੇ ਕਹੇ ਤੇ ਨਹੀਂ ਕਰਨਾ, ਮੈਂ ਆਪਣੀ ਮਰਜ਼ੀ ਦੇ ਨਾਲ ਕਰਨਾ, ਤਾਂ ਇਹ ਕੰਮ ਠੀਕ ਹੈ ਮੇਰੇ ਲਈ। ਉਹ ਮੇਰੇ ਲਈ ਵੀ ਠੀਕ ਹੈ, ਪਰਿਵਾਰ ਲਈ ਵੀ ਠੀਕ ਹੈ, ਸਮਾਜ ਲਈ ਵੀ ਠੀਕ ਹੈ। ਹੁਣ ਜਦੋਂ ਕੋਈ ਇਨਸਾਨ ਚਲਾ ਜਾਂਦਾ ਆ, ਉਹ ਤੋਂ ਬਾਅਦ ਫਿਰ ਸਾਡੇ ਲੋਕ ਇਕੱਠ ਕਰਦੇ ਸੀ। ਉਹ ਇਕੱਠ ਕਰਕੇ ਮਤਲਬ ਉਹ ਕਿਉਂਕਿ ਇੱਕ ਤਾਂ ਇਨਸਾਨ ਘਰੋਂ ਚਲੇ ਜਾਂਦਾ, ਉਹ ਬਾਅਦ ਵਿੱਚ ਉਹ ਫਜ਼ੂਲ ਖਰਚੀ ਕਰਦੇ ਆ। ਉਹ ਇੱਕ ਰਸਮੋ ਰਿਵਾਜ ਬਣਾਇਆ ਉਹਨਾਂ ਨੇ। ਇਸ ਰਸਮੋ ਰਿਵਾਜ ਨੂੰ ਫਿਰ ਕਿ ਕਿੰਤੂ ਪਰੰਤੂ ਅਸੀਂ ਕਿਉਂ ਨਹੀਂ ਕਰਦੇ ਹੈਗੇ? ਦੇਖੋ ਜੀ, ਕਿੰਤੂ ਪਰੰਤੂ ਤੁਸੀਂ ਅਗਰ ਕਰੋਗੇ ਨਾ ਤਾਂ ਸਮਾਜ ਤੁਹਾਨੂੰ ਚੰਗਾ ਨਹੀਂ ਸਮਝੇਗਾ ਕਿ ਇਸ ਇਨਸਾਨ ਨੇ ਜਿਹੜਾ ਹੈ ਨਾ ਸਾਡੇ ਸਮਾਜ ਤੋਂ ਬਾਹਰ ਨਿਕਲ ਕੇ ਇਹ ਕੰਮ ਕੀਤੇ ਹੈਗੇ ਆ। ਪਰ ਜਿਹੜੀ ਤਰੱਕੀ ਹੋਈ ਆ ਮਾਨ ਸਾਹਿਬ, ਜਿੰਨੀ ਵੀ ਤਰੱਕੀ ਹੋਈ ਆ, ਉਹਨਾਂ ਲੋਕਾਂ ਨੇ ਕੀਤੀ, ਜਾਣੀ ਕਿ ਜਿਨ੍ਹਾਂ ਨੇ ਕਿੰਤੂ ਪਰੰਤੂ ਕੀਤਾ। ਜੀ, ਜਿਨ੍ਹਾਂ ਨੇ ਕਿੰਤੂ ਪਰੰਤੂ ਕੀਤਾ, ਆਪਣੇ ਡਾਕਟਰ ਸਾਹਿਬ, ਜਿਨ੍ਹਾਂ ਨੇ ਜਿਹੜੇ ਆਪਣੀ ਪੈਰਾਂ ਤੇ ਖੜੇ ਹੋਏ, ਜਿਨ੍ਹਾਂ ਨੇ ਆਪਣੀ ਲਕੀਰ ਬਣਾਈ ਆ। ਡਾਕਟਰ ਬਾਬਾ ਸਾਹਿਬ ਦੇਖ ਲਓ। ਬਿਲਕੁਲ ਬਾਬਾ ਸਾਹਿਬ ਜੀ ਉਹਨਾਂ ਨੇ ਪ੍ਰਿੰਸੀਪਲ ਇਹ ਸੀਗੇ ਕਿ ਮੈਂ ਆਪਣੇ ਸਮਾਜ ਦਾ ਭਲਾ ਕਰਨਾ। ਐਬਸੋਲੂਟਲੀ, ਬਿਲਕੁਲ। ਅਗਰ ਉਹ ਆਪਣੇ ਉਹ ਪ੍ਰਿੰਸੀਪਲ ਤੇ ਨਾ ਖੜੇ ਹੁੰਦੇ ਤਾਂ ਸਾਡੇ ਸਮਾਜ ਦਾ ਔਰ ਦੇਸ਼ ਦਾ ਭਲਾ ਨਹੀਂ ਸੀ ਕਰ ਸਕਦੇ। ਨਹੀਂ, ਇਦਾਂ ਹੀ ਯਾਨੀ ਕਿ ਜੇ ਆਪਾਂ ਆਪਣੇ ਜਿਹੜੇ ਆਜ਼ਾਦੀ ਦੇ ਘੁਲਾਟੀਏ ਸੀ, ਭਗਤ ਸਿੰਘ ਹੋਣੀ ਸੀਗੇ, ਯਾਨੀ ਕਿ ਰਾਜਗੁਰੂ ਸੁਖਦੇਵ, ਯਾਨੀ ਕਿ ਜਾਂ ਬਾਕੀ ਦੇ ਵੀ ਜਿਹੜੇ ਹੋਏ ਬੰਦੇ ਜਿਨ੍ਹਾਂ ਨੇ ਯਾਨੀ ਕਿ ਆਜ਼ਾਦੀ ਲਈ ਲੜੇ ਆ, ਉਹਨਾਂ ਨੇ ਵੱਖਰਾ ਸੋਚਿਆ ਤੇ ਤਾਂ ਹੀ ਯਾਨੀ ਕਿ ਸਾਨੂੰ ਆਜ਼ਾਦੀ ਮਿਲੀ। ਦੇਖੋ ਜੀ, ਉਹਨਾਂ ਨੇ ਵੱਖਰਾ ਰਾਹ ਬਣਾਇਆ। ਉਹਨਾਂ ਨੇ ਸੋਚਿਆ ਕਿ ਅਸੀਂ ਗੁਲਾਮ ਆ। ਜਦੋਂ ਬੰਦੇ ਨੂੰ ਗੁਲਾਮੀ ਦੀ ਅਹਿਸਾਸ ਹੋ ਜਾਂਦੀ ਹੈ ਤਾਂ ਫਿਰ ਉਹ ਗੁਲਾਮੀ ਦੀਆਂ ਜੰਜੀਰਾਂ ਤੋੜਨ ਦੀ ਕੋਸ਼ਿਸ਼ ਕਰਦਾ। ਕਿ ਇਸ ਵੇਲੇ ਭਾਰਤ ਦੇ ਵਿੱਚ ਜਿਹੜੇ ਲੋਕ ਹੈ ਨਾ, ਉਹ 90% ਗੁਲਾਮ ਆ ਲੋਕ। ਪਰ ਮਾਨ ਸਾਹਿਬ, ਮੈਂ ਤੁਹਾਡੀ ਗੱਲ ਮੰਨਦਾ, ਪਰ ਇੱਥੇ ਜਿਹੜੇ ਆਪਾਂ ਆਏ ਹੈਗੇ ਆ, ਸਾਡਾ ਵੀ ਇੱਥੇ ਐਟੀਟਿਊਡ ਇਦਾਂ ਹੀ ਆ ਵੀ ਜਿੱਦਾਂ ਉਹ ਕਰਦੇ ਰਹੇ, ਉਹਨੂੰ ਕੋਈ ਕੁਐਸਚਨ ਮਾਰਕ ਹੀ ਨਹੀਂ ਕਰਦੇ ਬਈ ਆਹ ਨਹੀਂ ਇਦਾਂ ਹੀ ਕਰਨਾ ਹੈ ਜੀ, ਇਦਾਂ ਹੀ ਹੁੰਦਾ ਰਹੀ ਸਾਡੇ ਜੀ। ਦੇਖੋ ਜੀ, ਅਸੀਂ ਇਸ ਕੰਟਰੀ 'ਚ ਆ ਕੇ ਵੀ ਕੁਛ ਨਹੀਂ ਸਿੱਖਿਆ। ਅਸੀਂ ਕੁਛ ਨਹੀਂ ਸਿੱਖਿਆ ਕਿਉਂਕਿ ਅਸੀਂ ਇਹਨਾਂ ਲੋਕਾਂ ਨੂੰ ਉਹ ਰਸਮੋ ਰਿਵਾਜ ਅਸੀਂ ਸਿਖਾਉਣੇ ਸ਼ੁਰੂ ਕਰ ਦਿੱਤੇ ਆ ਜਿਹੜੇ ਅਸੀਂ ਬੈਗ ਭਰ ਕੇ ਉੱਥੋਂ ਲਿਆਏ ਸੀਗੇ। ਹਾਂਜੀ, ਤੇ ਅਸੀਂ ਇੱਥੇ ਆ ਕੇ ਵੀ ਜਿੱਦਾਂ ਇੱਕ ਦੂਸਰਾ ਬਾਂਦਰ ਹੁੰਦਾ ਆ, ਉਹ ਅਗਰ
ਕਾਪੀ ਕਰਦਾ, ਦੇਖ ਕੇ ਕਾਪੀ ਕਰ ਲੈਂਦਾ। ਤੇ ਲੇਕਿਨ ਅਸੀਂ ਤਾਂ ਉਹਨਾਂ ਨਾਲ ਵੀ ਗਏ ਗੁਜ਼ਰੇ ਆ, ਕਿਉਂਕਿ ਅਸੀਂ ਤਾਂ ਦੇਖ ਕੇ ਕਾਪੀ, ਜਿਹੜੀ ਇੱਥੇ ਦੇ ਇਹਨਾਂ ਦੇ ਪ੍ਰਿੰਸੀਪਲ ਆ ਇਨਸਾਨੀਅਤ ਬਾਰੇ, ਉਹਨਾਂ ਦੀ ਕਾਪੀ ਵੀ ਨਹੀਂ ਅਸੀਂ ਕਰਦੇ। ਬਿਲਕੁਲ ਬਿਲਕੁਲ। ਤੇ ਇਹ ਜਿਹੜੀ ਚੀਜ਼ ਹੈਗੀ ਆ, ਇਨਸਾਨ ਦੇ ਆਪਣੇ ਅਸੂਲ ਹੋਣੇ ਚਾਹੀਦੇ, ਉਹ ਅਸੂਲ ਜਿਹੜੇ ਕਿ ਸਮਾਜ ਲਈ ਭਲਾ ਕਰਨ ਔਰ ਆਪਣੇ ਸਮਾਜ ਲਈ ਔਰ ਆਪਣੇ ਲਈ ਭਲਾ ਕਰਨ। ਨਾਲੇ ਇਹ ਤੋਂ ਬਿਨਾਂ ਇਹ ਵੀ ਆ ਜੇ 100 ਵਿੱਚੋਂ 99 ਬੰਦੇ ਤੁਹਾਡੇ ਖਿਲਾਫ ਹੈਗੇ, ਤੁਹਾਨੂੰ ਪਤਾ ਲੈ ਵੀ ਉੱਥੇ ਖੜਨਾ ਚਾਹੀਦਾ, ਜੋ ਤੁਹਾਨੂੰ ਪਤਾ ਲੈ ਗੱਲ ਠੀਕ ਆ। ਦੇਖੋ ਜੀ, ਜਿਹੜਾ ਸੱਚਾਈ ਦਾ ਰਸਤਾ ਆ ਨਾ, ਜੇ ਉੱਥੇ 99% ਇੱਕ ਪਾਸੇ ਨੂੰ ਜਾਂਦੇ, ਤੁਸੀਂ ਇਕੱਲੇ ਉਸ ਰਸਤੇ ਤੇ ਉਤਰੋ, ਤਾਂ ਤੁਹਾਡਾ ਪ੍ਰਿੰਸੀਪਲ ਹੋ ਸਕਦਾ। ਕਿਉਂਕਿ ਮੇਰਾ ਪ੍ਰਿੰਸੀਪਲ ਹੈ ਕਿ ਅਸੀਂ ਕਦੇ ਕਿਸੇ ਨੂੰ ਝੂਠ ਨਹੀਂ ਬੋਲਣਾ। ਅਗਰ ਕਿਸੇ ਨੂੰ ਗੱਲ ਕਹਿਤੀ, ਉਹ ਸਿਰ ਵੀ ਚਲੇ ਜਾਏ, ਉਸ ਚੀਜ਼ ਤੇ ਖੜਾ ਆ ਮੈਂ। ਇਹ ਮੇਰਾ ਪ੍ਰਿੰਸੀਪਲ ਆ। ਹਾਂਜੀ, ਇਹ ਜਦੋਂ ਆਦਮੀ ਦੇ, ਕਿਉਂਕਿ ਅਸੀਂ ਸਾਰੇ ਜਾਣਦੇ ਆ, ਮੇਰੇ ਖਿਆਲ ਮੋਸਟਲੀ ਕੋਈ ਵੀ ਆਦਮੀ ਹੈ ਨਾ ਜਿਹਦੇ ਆਪਣੇ ਪ੍ਰਿੰਸੀਪਲ ਨਹੀਂ ਹੈ, ਉਹ ਕਦੇ ਵੀ ਦੂਸਰੇ ਨੂੰ ਸਿੱਖਿਆ ਨਹੀਂ ਦੇ ਸਕਦਾ। ਬਿਲਕੁਲ ਬਿਲਕੁਲ ਬਿਲਕੁਲ। ਹਾਂ, ਮੇਰਾ ਤਾਂ ਇਹੀ। ਬਾਕੀ ਹੋਰ ਲਾਈਨ ਵੀ ਲੱਗੀ ਹੋਣੀ, ਤੁਹਾਡੇ ਮੁੱਦੇ ਜਿਹੜੇ ਹਮੇਸ਼ਾ ਬਹੁਤ ਅੱਛੇ ਹੁੰਦੇ ਆ, ਇਦਾਂ ਮੁੱਦੇ ਲੈ ਕੇ ਆਉਂਦੇ ਰਹੋ, ਜਿਹਦੇ ਵਾਸਤੇ ਰਹੋ। ਸਾਡੀ ਉਮਰ ਵੀ ਤੁਹਾਨੂੰ ਲੱਗ ਜਾਏ। ਥੈਂਕ ਯੂ ਮਾਨ ਸਾਹਿਬ। ਇਹ ਤਾਂ ਸੀ ਜੀ ਮੇਰੇ ਵੀਰ ਪ੍ਰੇਮ ਮਾਨ ਹੋਣੀ, ਜਿਨ੍ਹਾਂ ਨੇ ਲੰਡਨ ਤੋਂ ਫੋਨ ਕੀਤਾ ਤੇ ਆਪਣੇ ਵਿਚਾਰ ਜਿਹੜੇ ਆਪਣੇ ਸਾਰਿਆਂ ਨਾਲ ਸਾਂਝੇ ਕੀਤੇ ਆ। ਤੁਸੀਂ ਵੀ ਆਪਣੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕਰ ਸਕਦੇ ਆ। ਤੁਸੀਂ ਕਿੱਦਾਂ ਮਹਿਸੂਸ ਕਰਦੇ ਆ ਘਰ ਵਿੱਚ ਕਿਸੇ ਨਾਲ ਕੋਈ ਬੇਇਨਸਾਫੀ ਹੋ ਰਹੀ ਆ, ਤੁਸੀਂ ਕਿਸੇ ਗਰੁੱਪ ਦੇ ਮੈਂਬਰ ਆ, ਉੱਥੇ ਕਿਸੇ ਨਾਲ ਬੇਇਨਸਾਫੀ ਹੋ ਰਹੀ ਆ, ਤੁਸੀਂ ਕਹਿੰਦੇ ਬਾਕੀ ਜਿੱਦਾਂ ਹੈਗੇ ਉੱਦਾਂ ਹੀ ਠੀਕ ਆ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਜੀ ਡਾਕਟਰ ਸਾਹਿਬ, ਮੈਂ ਫਕੀਰ ਚੰਦ ਚੌਹਾਨ ਬੋਲਦਾ। ਚੌਹਾਨ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਬੜਾ ਇਹ ਪੇਚੀਦਾ ਮਸਲਾ ਤੇ ਤੁਹਾਨੂੰ ਬੜੀਆਂ ਡਿਫਿਕਲਟੀਜ਼ ਆਈਆਂ ਹੋਣੀਆਂ, ਕੀ ਕਹਿਣਾ ਚਾਹੋਗੇ? ਬੜੀ ਗੱਲ ਇਹ ਹੈਗੀ ਆ ਵੀ ਜਿਹੜੀ ਭੇਡ ਚਾਲ ਆ, ਹਾਂ, ਜਾਂ ਲਾਈ ਲੱਗਤਾ, ਇਹ ਜਾਨੀ ਬਹੁਤ ਵੱਡੀ ਬਿਮਾਰੀ ਆ। ਕਿਉਂਕਿ ਜਿਸ ਵੀ ਸਮਾਜ ਦੇ ਵਿੱਚ ਇਹ ਹੈਗੀ ਆ, ਉਹ ਸਮਾਜ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਪਰ ਵੱਡੀ ਗੱਲ ਆ ਵੀ ਜਿਹੜਾ ਭਾਰਤ ਦੇ ਵਿੱਚ ਆਪਾਂ ਦੇਖਦੇ ਆ ਵੀ ਉਹ ਲੋਕਾਂ ਤੇ ਇਹਦਾ ਬਹੁਤ ਜ਼ਿਆਦਾ ਅਸਰ ਆ। ਕਿਉਂਕਿ ਜਿੱਦਾਂ ਆਪਾਂ ਧਰਮ ਦਾ ਖੇਤਰ ਹੀ ਲੈ ਲਓ, ਵੀ ਜਿੰਨੇ ਵੀ ਉਹ ਲੋਕ ਆ ਜਿਹੜੇ ਲੋਕਾਂ ਨੂੰ ਮਗਰ ਲਾਉਂਦੇ ਆ, ਉਹ ਬੜੇ ਬੜੇ ਦਾਅਵੇ ਕਰਦੇ ਆ ਔਰ ਲੋਕ ਮੰਨਣ ਲੱਗ ਪੈਂਦੇ ਆ, ਔਰ ਬੜੇ ਦੇਖੋ ਵੀ ਆਪਣੀ ਲੁੱਟ ਵੀ ਕਰਾਉਂਦੇ ਆ ਔਰ ਆਪਣਾ ਨੁਕਸਾਨ ਬਹੁਤ ਕਰਾਉਂਦੇ ਆ। ਹਾਂਜੀ ਹਾਂਜੀ ਹਾਂਜੀ। ਪਰ ਹੁਣ ਦੇਖੋ ਵੀ ਜਿਨ੍ਹਾਂ ਨੇ ਸਮਾਜ ਦਾ ਭਲਾ ਕੀਤਾ, ਜਿੱਦਾਂ ਬੁੱਧ ਸੀਗੇ। ਹਾਂ ਬਿਲਕੁਲ। ਕਿਉਂਕਿ ਬੁੱਧ ਨੇ ਲੋਕਾਂ ਨੂੰ ਨਾਲ ਦੀ ਨਾਲ ਉਹ ਕਹਿੰਦੇ ਰਹੇ ਵੀ ਜਿਹੜੀ ਮੈਂ ਗੱਲ ਕਹਿਣਾ, ਇਸ ਕਰਕੇ ਨਾ ਮੰਨੋ ਵੀ ਮੈਂ ਕਹਿਣਾ। ਪਹਿਲਾਂ ਤੁਸੀਂ ਇਹਨੂੰ ਪਰਖੋ। ਬਿਲਕੁਲ ਬਿਲਕੁਲ। ਵੀ ਜਿਹੜੇ ਤਰਕ ਦੇ ਤੌਰ ਤੇ ਪਰਖੋ ਵੀ ਇਹ ਸਹੀ ਵੀ ਆ, ਵੀ ਫਿਰ ਉਹਨੂੰ ਮੰਨੋ। ਹੁਣ ਦੇਖੋ ਵੀ ਕਦੇ ਉਹ ਨਹੀਂ ਜਾਣੀ, ਇਹ ਨਹੀਂ ਕਿਹਾ ਵੀ ਮੇਰੇ ਮਗਰ ਇੱਕਦਮ ਦੀਕਸ਼ਾ ਲੈ ਲਓ, ਏਦਾਂ ਕਰ ਲਓ। ਉਹਨੇ ਕਿਹਾ ਵੀ ਪਹਿਲਾਂ ਆਪਣੇ ਮਨ ਦੇ ਵਿੱਚ ਸੋਚੋ, ਵਿਚਾਰੋ। ਪਰ ਹੁਣ ਉੱਥੇ ਤੁਸੀਂ ਦੇਖੋ ਵੀ ਭਾਰਤ ਦੇ ਵਿੱਚ ਜੋ ਕੁਝ ਹੋ ਰਿਹਾ, ਉੱਥੇ ਹੈਰਾਨੀ ਦੀ ਗੱਲ ਆ ਵੀ ਜਿੰਨੇ ਵੀ ਲੋਕ ਆ, ਚਾਹੇ ਧਾਰਮਿਕ ਖੇਤਰ 'ਚ ਆ, ਚਾਹੇ ਰਾਜਨੀਤਿਕ ਖੇਤਰ 'ਚ ਆ, ਉਹਨਾਂ ਦੇ ਮਗਰ ਕਿੰਨੀ ਜਾਣੀ ਲੋਕ ਜਾਣੀ ਭੇਡ ਚਾਲ ਆ। ਮੈਂ ਇੱਕ ਹੋਰ ਸੀ ਗੱਲ ਕਰਨੀ ਚਾਹੁੰਦਾ, ਜਿੱਦਾਂ ਹੁਣ ਆਪਣੇ ਪਰਸਨਲ ਇਲੈਕਸ਼ਨਸ ਹੈ ਇੱਥੇ। ਹਾਂਜੀ। ਹੁਣ ਅਸੀਂ ਬਿਨਾਂ ਜੇ ਸੋਚੇ ਸਮਝੇ ਵੀ ਹਾਂ ਜੀ ਇਹ ਬੰਦਾ ਜੀ ਲੇਬਰ ਦਾ ਜੀ, ਟੋਰੀ ਦਾ ਜੀ, ਜਾਂ ਲਿਬਰਲ ਹੈ ਯਾਨੀ ਕਿ ਜਾਂ ਗ੍ਰੀਨ ਪਾਰਟੀ ਜਾਂ ਕੋਈ ਵੀ ਪਾਰਟੀ ਆ, ਉਹਨੂੰ ਅਸੀਂ ਵੋਟ ਦੇ ਦਈਏ, ਜਾਂ ਯਾਨੀ ਕਿ ਇਹ ਦੇ ਦਈਏ ਵੋਟ ਵੀ ਮੇਰਾ ਚਾਚੇ ਦਾ ਮੁੰਡਾ ਹੈ ਜਾਂ ਜੀ ਸਾਡੀ ਬਰਾਦਰੀ ਦਾ ਬੰਦਾ ਹੈਗਾ, ਇਹ ਭੇਡ ਚਾਲ ਨਹੀਂ ਹੈ? ਇਹ ਬਹੁਤ ਵੱਡੀ ਭੇਡ ਚਾਲ ਹੈ। ਹਾਂ, ਕਿਉਂਕਿ ਦੇਖੋ ਇਹ ਜਿਹੜੀਆਂ ਚੋਣਾਂ ਆ, ਚੋਣਾਂ ਦਾ ਮਕਸਦ ਹੈ ਇੱਕ, ਉਹ ਤਾਂ ਸਾਡੇ ਤੇ ਅਸਰ ਪੈਣਾ। ਪਰ ਉਹ ਨਾਲੇ ਵੀ ਇਹ ਵੀ ਪਤਾ ਹੈਗਾ ਵੀ ਦੇਖੋ ਕਿ ਜਿਹੜੀ ਪਾਰਟੀਆਂ ਦੀਆਂ ਪਾਲਿਸੀਆਂ ਕੀ ਆ। ਹਾਂਜੀ ਹਾਂਜੀ ਹਾਂਜੀ। ਜਿਹੜੀਆਂ ਕਈ ਉਹਨਾਂ ਦੀਆਂ ਪਾਲਿਸੀਆਂ ਉਹ ਬਹੁਤ ਜਾਨੀ ਲੋਕ ਮਾਰੂ ਆ। ਇਹ ਤੋਂ ਬਿਨਾਂ ਵੀ ਲੈ ਵੀ ਉਹ ਬੰਦਾ ਜਾਨੀ ਕਿ ਜਿਹਨੂੰ ਵੋਟ ਪਾਉਣੀ ਆ, ਜਾਨੀ ਕਿ ਔਰਤ ਹੈ ਚਾਹੇ ਆਦਮੀ ਹੈਗਾ, ਲੈ ਵੀ ਉਹ ਬੰਦਾ ਕੰਪੀਟੈਂਟ ਵੀ ਹੈ। ਇਹੀ ਤਾਂ ਵੱਡੀ ਗੱਲ ਆ ਵੀ ਜਿਹੜਾ ਜਦ ਬੰਦਾ ਭੇਡ ਚਾਲ ਕਰਦਾ ਫਿਰ ਉਦਾਂ ਹੀ ਵੋਟ ਪਾਉਂਦਾ। ਫਿਰ ਹੁਣ ਦੇਖੋ ਵੀ ਉਹ ਜਿਹੜਾ ਚੋਣਾਂ ਦੀ ਆਪਨੇ ਗੱਲ ਕੀਤੀ ਆ ਵੀ ਮਈ ਦੀਆਂ ਚੋਣਾਂ ਆ ਰਹੀਆਂ ਹਨਾ, ਪਰਸੋਂ ਨੂੰ ਆ, ਉਹਦੇ ਵਿੱਚ ਵੀ ਜੇ ਲੋਕ ਸਿਆਣਪ ਵਰਤਣ ਤਾਂ ਚੰਗੇ ਨਤੀਜੇ ਆ ਸਕਦੇ। ਬਿਲਕੁਲ ਬਿਲਕੁਲ ਬਿਲਕੁਲ। ਕਿਉਂਕਿ ਉਹ ਤਾਂ ਜਦ ਦੇ ਲੋਕ ਸੋਚ ਵਿਚਾਰ ਕੇ ਚੰਗੀ ਵੋਟ ਪਾਉਣੀ ਹੈ, ਚੰਗੇ ਕੈਂਡੀਡੇਟ ਵੀ ਦੇਖਣਾ ਚਾਹੀਦਾ ਵੀ ਕੈਂਡੀਡੇਟ ਕਿੱਦਾਂ ਦਾ ਆ, ਸਾਰਾ ਕੁਛ ਆ। ਇਹ ਗੱਲ ਚੌਹਾਨ ਸਾਹਿਬ ਯਾਨੀ ਕਿ ਇਕੱਲੀ ਸਿਆਸਤ ਵਿੱਚ ਹੀ ਨਹੀਂ, ਇਹ ਧਰਮ ਵਿੱਚ ਵੀ ਹੈ, ਤੇ ਯਾਨੀ ਕਿ ਜਿਹੜੇ ਸਾਡੇ ਸਮਾਜਿਕ ਮਸਲੇ ਹੈਗੇ ਆ ਉੱਥੇ ਵੀ ਅਸੀਂ ਯਾਨੀ ਕਿ ਇਦਾਂ ਕਰਦੇ ਹੈਗੇ। ਪਹਿਲਾਂ ਬੜੀ ਤਾਂ ਗੱਲ ਆ ਵੀ ਜਿਹੜਾ ਬੰਦਾ ਭੇਡ ਚਾਲ ਨਹੀਂ ਕਰਦਾ ਉਹ ਦਿਮਾਗੀ ਹੁੰਦਾ। ਬਿਲਕੁਲ ਬਿਲਕੁਲ। ਕਿਉਂਕਿ ਜੇ ਮਗਰ ਲੱਗਣ ਲਈ ਤਾਂ ਤੁਸੀਂ ਕਿਸੇ ਦੇ ਮਗਰ ਲੱਗ ਜਾਓ, ਲਾਈ ਲੱਗਤਾ ਕਰ ਦੋ, ਉੱਥੇ ਦਿਮਾਗ ਦੀ ਤਾਂ ਲੋੜ ਹੀ ਨਹੀਂ। ਬਿਲਕੁਲ ਲੋੜ ਨਹੀਂ ਹੈ। ਬਿਲਕੁਲ ਬਿਲਕੁਲ। ਕਿਉਂਕਿ ਉਹ ਕਹਿਣਾ ਜੀ ਵੀ ਉਹ ਹੈਗਾ ਬੜਾ ਚੰਗਾ ਏਦਾਂ, ਪਰ ਬੜੀ ਤਾਂ ਗੱਲ ਆ ਵੀ
ਲੋਕ ਕਿੰਤੂ ਪਰੰਤੂ ਨਹੀਂ ਕਰਦੇ। ਹਾਂ ਜਾਨੀ ਉਦਾਂ ਹੀ ਮਤਲਬ ਟਾਈਮ ਵੇਸਟ ਕਰਦੇ। ਹੁਣ ਦੇਖੋ ਵੀ ਭਾਰਤ ਦੇ ਆਜ਼ਾਦੀ ਨੂੰ 75 ਸਾਲ ਹੋ ਜਾਣੇ ਆ, ਉੱਥੇ ਲੋਕਾਂ ਨੇ ਇੰਨੀ ਭੇਡ ਚਾਲ ਫੜੀ ਆ ਨਾ, ਲੋਕਾਂ ਨੂੰ ਕਿੱਦਾਂ ਪਾਰਟੀਆਂ ਨੇ ਲੁੱਟਿਆ, ਕਿੱਦਾਂ ਅੰਧ ਵਿਸ਼ਵਾਸ ਫੈਲਾਇਆ। ਬਿਲਕੁਲ ਬਿਲਕੁਲ। ਹੁਣ ਦੇਖੋ ਵੀ ਜੇ ਲੋਕਾਂ 'ਚ ਭੇਡ ਚਾਲ ਨਾ ਹੋਵੇ ਤਾਂ ਘੱਟੋ ਘੱਟ 5 ਸਾਲ ਵਕਤ ਦੇਣਾ ਚਾਹੀਦਾ। ਅਗਲੇ ਦਾ ਦੇਖਣਾ ਚਾਹੀਦਾ ਵੀ 5 ਸਾਲ 'ਚ ਪਾਰਟੀ ਨੇ ਕੀ ਕੀਤਾ ਔਰ ਕੈਂਡੀਡੇਟ ਨੇ ਕੀ ਕੀਤਾ। ਏਦਾਂ ਹੀ ਜਾਨੀ ਉਹ ਮਤਲਬ ਇੰਨੀ ਉਹਨਾਂ ਦੇ ਵਿੱਚ ਲਾਈ ਲੱਗਦਾ ਆ। ਫਿਰ ਦੇਖੋ ਵੀ ਇਹ ਵੀ ਭੇਡ ਚਾਲ ਲਿਆ ਵੀ ਪੈਸੇ ਲਾਓ। ਇਹ ਤੋਂ ਬਿਨਾਂ ਚੌਹਾਨ ਸਾਹਿਬ ਯਾਨੀ ਕਿ ਜੇ ਆਪਾਂ ਇੱਥੇ ਦੀ ਵੀ ਗੱਲ ਕਰੀਏ, ਆਪਣੀਆਂ ਬਹੁਤ ਸਭਾ ਸੁਸਾਇਟੀਆਂ ਹੈਗੀਆਂ, ਕਈਆਂ ਦੇ ਗਰੁੱਪ ਬਣਾਏ ਹੈਗੇ ਜਾਂ ਕੁਛ ਵੀ ਹੈਗਾ, ਉੱਥੇ ਜੀ ਇੱਕ ਬੰਦੇ ਨੂੰ ਜੇ ਕਿਸੇ ਨੇ ਨਾ ਹੀ ਲਾਇਕ ਕੀਤਾ ਤਾਂ ਬਾਕੀ ਦੇ ਵੀ ਹਾਂਜੀ ਐਵੇਂ ਹੱਥ ਨਾਲ ਖੜੇ ਕਰ ਦੇਣੇ ਵੀ ਇਹ ਨਹੀਂ ਪੁੱਛਣਾ ਵੀ ਕਿਉਂ। ਇਹੀ ਹੈਗੀ ਆ ਉਹ ਅਗਲੇ ਦਾ ਆਪ ਤਾਂ ਉਹ ਸੋਚਦੇ ਨਹੀਂ ਹੈਗੇ। ਹਾਂ ਬਿਲਕੁਲ ਬਿਲਕੁਲ। ਕਿਉਂਕਿ ਜਿੱਦਾਂ ਕੋਈ ਕਹਿੰਦਾ ਹੈ ਨਾ, ਜੇ ਉਹ ਕਹਿੰਦਾ ਵੀ ਜੇ ਉਹ ਚਲੋ ਠੀਕ ਆ, ਕਈਆਂ ਦਾ ਸੰਪਰਕ ਜ਼ਿਆਦਾ, ਪਰ ਉਹ ਜਿਹੜੀ ਗੱਲ ਕਰਦਾ ਉਹਨੂੰ ਤੁਸੀਂ ਆਪ ਵੀ ਵਿਚਾਰੋ। ਬਿਲਕੁਲ ਬਿਲਕੁਲ। ਕਿਉਂਕਿ ਦੇਖੋ ਇਹ ਜਿਹੜੀ ਤਦੇ ਹੀ ਤਾਂ ਹੀ ਨਹੀਂ ਰੱਖਿਆ ਵੀ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ 25 ਸਾਲੀ ਹੋਣੀਆਂ, ਕੌਂਸਲ ਦੀਆਂ ਚੋਣਾਂ ਲਈ ਵੱਖਰਾ ਟਾਈਮ ਹੈ। ਉਹਦਾ ਮਤਲਬ ਇਹ ਆ ਵੀ ਉਨੇ ਟਾਈਮ ਦੇ ਵਿੱਚ ਜੇ ਉਹਨੂੰ ਕੋਈ ਚੰਗੀ ਕਾਰਗੁਜ਼ਾਰੀ ਕੀਤੀ ਆ ਫਿਰ ਇਹ ਵੋਟ ਦਿਓ ਉਹਨੂੰ। ਪਰ ਆਪਣੇ ਤਾਂ ਧਾਰਮਿਕ ਸਥਾਨਾਂ ਵਿੱਚ ਵੀ ਤੇ ਹੋਰ ਵੀ ਕਿਹੜੀਆਂ ਇਲੈਕਸ਼ਨਾਂ ਹੁੰਦੀਆਂ ਜਾਂ ਸਭਾ ਸੁਸਾਇਟੀਆਂ ਵਿੱਚ ਵੀ ਉੱਥੇ ਵੀ ਇਹ ਕੁਛ ਚੱਲਦਾ। ਨਹੀਂ ਉਹ ਫਿਰ ਉੱਥੇ ਵੀ ਲਾਈ ਲੱਗਦਾ ਹੈ, ਉੱਥੇ ਵੀ ਭੇਡ ਚਾਲ ਲਿਆ, ਉੱਥੇ ਵੀ ਭੇਡ ਚਾਲ ਲਿਆ। ਫਿਰ ਵੱਡੀ ਤਾਂ ਗੱਲ ਆ ਵੀ ਕੋਈ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਤੂੰ ਮਾੜਾ ਕੰਮ ਕਰਦਾ। ਏਦਾਂ ਹੀ ਜਾਨੀ ਉਹ ਗਰੁੱਪਬਾਜ਼ੀ ਚੱਲਦੀ ਆ, ਉੱਥੇ ਇੰਨੀ ਭੇਡ ਚਾਲ ਲਿਆ ਜਿਵੇਂ ਮੈਂ ਤਾਂ ਉਹਦੇ ਕਰਕੇ ਵੋਟ ਪਾਉਣੀ ਹੈ। ਏਦਾਂ ਉਹ ਇਹਦੇ ਨਾਲ ਨੁਕਸਾਨ ਹੁੰਦਾ। ਬਿਲਕੁਲ ਬਿਲਕੁਲ। ਤੇ ਫਿਰ ਦੇਖੋ ਜਿਹੜਾ ਤੁਹਾਡੀ ਹੈ ਨਾ ਕਿਤਾਬ ਆ, ਇਹ ਕਿਤਾਬ ਬਹੁਤ ਢੁਕਵੀਂ ਆ। ਹਾਂਜੀ ਬਿਲਕੁਲ ਬਿਲਕੁਲ। ਕਿਉਂਕਿ ਦੇਖੋ ਇਹਦੇ ਵਿੱਚ ਜਿਹੜੀ ਨੈਤਿਕਤਾ ਤਾਂ ਤਰਕਸ਼ੀਲਤਾ ਦੀ ਗੱਲ ਤੁਸੀਂ ਕਰ ਰਹੇ ਆ। ਹਾਂ ਬਿਲਕੁਲ। ਹੁਣ ਆਪ ਤੁਸੀਂ ਦੇਖੋ ਵੀ ਭਾਰਤ ਦੇ ਵਿੱਚ ਕਿੰਨੇ ਲੋਕਾਂ 'ਚ ਨੈਤਿਕਤਾ ਹੈ, ਏਦਾਂ ਹੀ ਕਿੰਨੀ ਤਰਕਸ਼ੀਲਤਾ ਹੈ। ਬਸ ਉਦਾਂ ਹੀ ਮਤਲਬ ਜਿੱਦਾਂ ਹੈ ਨਾ, ਜਿੱਦਾਂ ਭੀੜ ਹੈ ਇੱਕ ਬਸ ਇਹ ਉਹ ਹਾਲ ਹੀ ਜਿਹੜੇ ਇੱਥੇ ਆਪਣੇ ਲੋਕ ਵੀ ਆਏ, ਮੈਜੋਰਟੀ ਉਹਨਾਂ ਵਿੱਚੋਂ ਵੀ ਏਦਾਂ ਦੇ ਹੀ ਆ। ਨਹੀਂ ਕਿਸੇ ਨਾਲ ਗੱਲ ਕਰਕੇ ਦੇਖੋ, ਤੁਸੀਂ ਦੇਖੋ ਵੀ ਇਹ ਕੋਈ ਕਰਦਾ ਨੈਤਿਕਤਾ ਦੀ ਗੱਲ। ਜੇ ਪਤਾ ਵੀ ਆ ਵੀ ਉਹ ਬੰਦਾ ਗਲਤ ਹੈ ਤਾਂ ਉਹ ਬੋਲਦੇ ਹੀ ਨਹੀਂ। ਏਦਾਂ। ਫਿਰ ਦੂਸਰੀ ਗੱਲ ਹੈ ਵੀ ਜੇ ਇਹਦੀ ਵਿਗਿਆਨਿਕ ਸੋਚ ਆ ਨਾ, ਉਹ ਕਦੇ ਵੀ ਲਾਈ ਲੱਗ ਨਹੀਂ ਹੋ ਸਕਦਾ। ਬਿਲਕੁਲ। ਯਾਨੀ ਉਹ ਜ਼ਰੂਰ ਉਹ ਵਿਗਿਆਨਿਕ ਤੌਰ ਤੇ, ਹੁਣ ਜਿਹੜੀ ਵਿਗਿਆਨ ਇੱਕ ਸੱਚੀ ਚੀਜ਼ ਹੈ, ਤੁਸੀਂ ਪ੍ਰੂਵ ਕਰ ਸਕਦੇ ਆ। ਬਿਲਕੁਲ। ਤੇ ਬਾਕੀ ਹੁਣ ਜੋ ਬਾਬੇ ਦੱਸਦੇ ਆ, ਜਿਹੜੇ ਉਹਨਾਂ ਦੇ ਮਗਰ ਭੀੜ ਲੱਗੇ ਉਹ ਸਾਰੇ ਲਾਈ ਲੱਗੇ ਹੀ ਆ। ਨੇ ਬੜੀ ਤਾਂ ਗੱਲ ਹੈ ਵੀ ਲੁੱਟ ਖੋ ਕੇ ਵੀ ਨਹੀਂ ਹਟਦੇ। ਏਦਾਂ ਹੈ। ਯਾਨੀ ਆਪਣਾ ਸਭ ਕੁਝ ਬਰਬਾਦ ਕਰਕੇ, ਔਰ ਤੁਸੀਂ ਦੇਖੋ ਵੀ ਪਰਿਵਾਰਾਂ ਨੂੰ ਬਰਬਾਦ ਕਰ ਰਹੇ ਆ। ਜਿਹੜੀਆਂ ਜਨਾਨੀਆਂ ਜਾਨੀਆਂ ਡੇਰਿਆਂ ਦੇ ਵਿੱਚ, ਉਹ ਬੱਚਿਆਂ ਨੂੰ ਪੜਾਉਣਾ ਕੀ ਉਹ ਤਬਾਹ ਕਰ ਦਿੰਦੇ। ਇੱਥੇ ਬਥੇਰੇ ਆ, ਨਹੀਂ ਸਾਰਾ ਉੱਥੋਂ ਹੀ ਆਇਆ ਸਾਰਾ ਕੁਛ। ਤੇ ਇਸ ਕਰਕੇ ਦੇਖੋ ਇਹ ਜਿਹੜੀ ਬਹੁਤ ਆ ਵੀ ਲਾਈ ਲੱਗ ਤਾਂ ਭੇਡ ਚਾਲ ਨਹੀਂ ਹੋਣੀ ਚਾਹੀਦੀ। ਆਪਣੇ ਜਾਨੀ ਦਿਮਾਗ ਨੂੰ ਜਾਨੀ ਜਦ ਤੱਕ ਤੁਸੀਂ ਤਰਕ ਦੀ ਹੈ ਨਾ, ਵੱਡੀ ਗੱਲ ਤਰਕ ਦੀ ਹੈ। ਹਾਂਜੀ। ਕਿ ਜੇ ਤੁਸੀਂ ਤਾਰਕ ਦੀ ਕਸੌਟੀ ਤੇ ਕਿਸੇ ਚੀਜ਼ ਨੂੰ, ਵਿਚਾਰਾਂ ਨੂੰ ਪਰਖਦੇ ਨਹੀਂ, ਉਨੀ ਦੇਰ ਅਪਣਾਓ ਨਾ। ਓਕੇ ਜੀ, ਥੈਂਕ ਯੂ ਚੌਹਾਨ ਸਾਹਿਬ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਮੇਰੇ ਵੀਰ ਖੁਸ਼ੀਤ ਚੰਦ ਚੌਹਾਨ ਨੇ ਬਰਮਿੰਘਮ ਤੋਂ, ਜਿਨ੍ਹਾਂ ਨੇ ਫੋਨ ਕੀਤਾ, ਜਿਨ੍ਹਾਂ ਨੇ ਆਪਣੇ ਨਾਲ ਵਿਚਾਰ ਸਾਂਝੇ ਕੀਤੇ। ਜੋ ਤੁਸੀਂ ਈਵਨ ਘਰ ਵਿੱਚ ਵੀ ਜੇ ਕਿਸੇ ਨਾਲ ਯਾਨੀ ਕਿ ਬੇਇਨਸਾਫੀ ਹੋ ਰਹੀ ਹੈਗੀ ਆ, ਤੁਹਾਨੂੰ ਪਤਾ ਮੈਂਬਰ ਆਫ ਫੈਮਿਲੀ ਹੈ, ਐਕਸਟੈਂਡਡ ਫੈਮਿਲੀ ਹੈ, ਯਾਨੀ ਕਿ ਜੋ ਉਹ ਬਾਕੀ ਦਾ ਯਾਨੀ ਕਿ ਸਾਰਾ ਜਿੱਦਾਂ ਹੈ ਨਾ, ਉਹ ਇਕੱਠੇ ਹੋ ਜਾਂਦੇ, ਪੈਕ ਯਾਨੀ ਕਿ ਬਣ ਜਾਂਦਾ ਹੈਗਾ ਲੈ ਵੀ ਹਾਂ ਜੀ ਇਹ ਗੈਂਗ ਬਣ ਗਿਆ। ਜੇ ਤੁਹਾਨੂੰ ਲੱਗਦਾ ਗਲਤ ਗੱਲ ਹੋ ਰਹੀ ਯੂ ਨੀਡ ਟੂ ਸਟੈਂਡ ਅਪ, ਯਾਨੀ ਕਿ ਤੁਹਾਡੀ ਵੀ ਆਪਣੀ ਇੰਡੀਵਿਜੂਅਲਿਟੀ ਕੀ ਹੈ, ਤੁਹਾਡੇ ਆਪਣੇ ਪ੍ਰਿੰਸੀਪਲਸ ਕੀ ਹੈ। ਜਿਹੜੀ ਇਹ ਨਿਜਤਾ ਦੀ ਵੀ ਗੱਲ ਮੈਂ ਕਰਦਾ ਹੈਗਾ ਇੰਡੀਵਿਜੂਅਲਿਟੀ ਦੀ ਗੱਲ ਕਰਦਾ ਹੈਗਾ, ਉਹ ਯਾਨੀ ਕਿ ਬਹੁਤ ਜ਼ਰੂਰੀ ਹੈ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਹਾਂਜੀ, ਕੀ ਕਹਿਣਾ ਚਾਹੋਗੇ ਜੀ? ਹਾਂਜੀ ਡਾਕਟਰ ਸਾਹਿਬ ਜੀ, ਬਲਵੀਰ ਸਿੰਘ ਰਾਏ ਬੋਲਦੇ ਜੀ। ਰਾਏ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? ਕਹਿਣਾ ਵੀ ਵਿਸ਼ੇ ਤਾਂ ਤੁਸੀਂ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਉਂਦੇ ਆ, ਬਈ ਕੰਨ ਖੜੇ ਕਰ ਦਿੰਦੇ ਸਾਡੇ। ਥੈਂਕ ਯੂ। ਗੱਲ ਇਹ ਆ ਵੀ ਗੱਲ ਤਾਂ ਹੈਗੀ ਆ ਭੇਡ ਚਾਲ ਦੀ। ਮਸਲਾ ਤਾਂ ਬਹੁਤ ਵੱਡਾ ਇਹ, ਚਲੋ ਅਸੀਂ ਜਿੰਨੀਆਂ ਗੱਲਾਂ ਜਾਣਦੇ ਹਾਂ ਕਰ ਲੈਂਦੇ ਆ। ਗੱਲਬਾਤ ਇਹ ਆ ਵੀ ਭੇਡ ਚਾਲ ਲਈ ਬਹੁਤਾ ਸੋਚਣਾ ਨਹੀਂ ਪੈਂਦਾ। ਬਿਲਕੁਲ। ਨਾ ਸਮਝਣਾ ਪੈਂਦਾ ਤੇ ਨਾ ਹੀ ਕੋਈ ਮਿਹਨਤ ਕਰਨੀ ਪੈਂਦੀ ਆ। ਬਿਲਕੁਲ। ਰਸਤਾ ਸੌਖਾ ਬਹੁਤ ਆ ਤੇ ਚੁੱਪ ਕਰਕੇ ਮਗਰ ਤੁਰ ਪਾਓ
ਤੇ ਜਿੱਥੇ ਭੇਡ ਡਿੱਗਦੀ ਉੱਥੇ ਤੁਸੀਂ ਡਿੱਪੋ। ਤੇ ਬਣ ਗਈ ਗੱਲ, ਬਸ ਕੋਈ ਕੁਛ ਕਰਨਾ ਨਹੀਂ ਪੈਣਾ। ਤੇ ਇਸ ਕਰਕੇ ਲੋਕ ਜਿਹੜੇ ਆ ਨਾ ਉਹ ਨਾ ਸਮਝੀ ਕਰਕੇ ਉਹਨਾਂ 'ਚ ਅਸੀਂ ਵੀ ਸੀਗੇ, ਇੱਦਾਂ ਨਹੀਂ ਅਸੀਂ ਕਹਿੰਦੇ ਵੀ ਅਸੀਂ ਨਹੀਂ ਸੀ, ਸਾਰੇ ਹੀ ਸੀ। ਕਿਉਂਕਿ ਜੋ ਸੁਸਾਇਟੀ ਦੇ ਵਿੱਚ, ਸਮਾਜ ਦੇ ਵਿੱਚ ਤੁਹਾਨੂੰ ਆਲੇ ਦੁਆਲੇ ਮਿਲਦਾ ਨਾ, ਬੰਦਾ ਉੱਦਾਂ ਸਦਾ ਗ੍ਰਹਿਣ ਕਰਦਾ। ਬਿਲਕੁਲ ਬਿਲਕੁਲ ਬਿਲਕੁਲ। ਔਰ ਜੇ ਉੱਦਾਂ ਦੀ ਸੁਸਾਇਟੀ ਤੁਹਾਡੇ ਆਲੇ ਦੁਆਲੇ ਲੱਗੀ ਹੋਆ ਤਾਂ ਤੁਸੀਂ ਉੱਦਾਂ ਦੇ ਹੀ ਕੰਮ ਕਰੀ ਜਾਣੇ ਆ। ਔਰ ਉਹ ਭਾਵੇਂ ਉਹਨਾਂ ਦਾ ਕੋਈ ਜਵਾਨੀ ਦਾ ਫਾਇਦਾ ਨਾ ਹੋਵੇ, ਕੋਈ ਰਿਜ਼ਲਟ ਨਾ ਹੋਵੇ, ਭਾਵੇਂ ਸਾਲਾਂ ਬਾਅਦ ਵੀ ਉਹਦਾ ਰਿਜ਼ਲਟ ਕੋਈ ਨਾ ਨਿਕਲੇ, ਤੇ ਉਹ ਸਦੀਆਂ ਤੋਂ ਲੋਕ ਕੰਮ ਕਰਦੇ ਆ ਰਹੇ, ਉਹੀ ਉਹ ਹੁਣ ਵੀ ਕਰੀ ਜਾਂਦੇ ਆ। ਉਹਨੂੰ ਕਹਿੰਦੇ ਆ ਅਸੀਂ ਭੇਡ ਚਾਲ। ਮੈਂ ਕਹਿਣਾ ਜੀ ਸਾਡੇ ਦਾਦੇ ਪੜਦਾਦੇ ਕਰਦੇ ਰਹੇ ਜੀ, ਸਾਡਾ ਤਾਂ ਜੀ ਸੱਭਿਆਚਾਰ ਆ ਇਹ। ਹਾਂਜੀ ਹਾਂਜੀ, ਚੱਲੀ ਜਾਣਾ, ਉਹਦਾ ਜਵਾਨੀ ਦਾ ਫਾਇਦਾ ਨਾ ਹੋਵੇ, ਨੁਕਸਾਨ ਹੀ ਹੋਵੇ, ਪਰ ਉਹ ਕਰੀ ਜਾਣਾ। ਮੈਨੂੰ ਦੱਸੋ ਲੈ ਵੀ ਇਹਦੇ ਵਿੱਚ ਕਿਹੜਾ ਵਿਰਸਾ ਹੈਗਾ ਲੈ, ਤੁਸੀਂ ਜਿਹੜਾ ਉੱਥੇ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਵਧੇ, ਜਾਣੀ ਕਿ ਉੱਥੇ ਕੁੱਟਦੇ ਮਾਰਦੇ ਹੈਗੇ ਔਰਤਾਂ ਨੂੰ, ਦੂਸਰਾ ਇਹਨ ਕਿਹੜਾ ਹੈਗਾ ਲੈ ਵੀ ਦਾਜ ਅਸੀਂ ਦਿੰਦੇ ਹੈਗੇ ਆ, ਇਹ ਕਿਹੋ ਜਿਹਾ ਵਿਰਸਾ ਹੈਗਾ ਜਿੱਥੇ ਜਾਤ ਪਾਤ ਵੀ ਜਾਣੀ ਕਿ ਹੋਵੇ, ਜਾਂ ਕਿ ਔਰਤਾਂ ਨੂੰ ਘਟੀਆ ਸਮਝਦੇ, ਕਿਹੜਾ ਵਿਰਸਾ ਹੋਇਆ ਇਹ? ਹਾਂਜੀ, ਸਾਰਾ ਕੁਛ ਲਪੇਟਿਆ ਇਹਦੇ ਵਿੱਚ। ਇਹ ਤਦੇ ਹੀ ਆ ਕਿਉਂਕਿ ਜਿਹੜਾ ਸਾਡਾ ਦਿਮਾਗ ਆ ਨਾ, ਉਹਨੇ ਸੋਚਿਆ ਨਹੀਂ ਇਸ ਗੱਲ ਨੂੰ ਵੀ ਇਹਦੇ ਵਿੱਚ ਕਮੀਆਂ ਕਿਹੜੀਆਂ ਹੈਗੀਆਂ। ਨਾ ਸੋਚਣ ਕਰਕੇ ਅਸੀਂ ਇਹ ਸਾਰੀਆਂ ਕੁਰੀਤੀਆਂ ਜਿਹੜੀਆਂ ਇਕੱਠੀਆਂ ਹੋਈਆਂ ਇਹਦੇ ਦੁਆਲੇ ਘੁੰਮਦੀਆਂ। ਉਹ ਚੌਹਾਨ ਸਾਹਿਬ ਨੇ, ਮਾਨ ਸਾਹਿਬ ਨੇ ਬੜਾ ਸੋਹਣਾ ਕਲੀਅਰ ਕੀਤਾ ਇਹਦੇ ਬਾਰੇ। ਔਰ ਮੈਂ ਤਾਂ ਇਹ ਦੇਖਦਾ ਵੀ ਪਹਿਲਾਂ ਡਾਕਟਰ ਸਾਹਿਬ ਥੋੜੇ ਚਿਰਾਂ ਦੀ ਗੱਲ ਹੈਗੀ ਆ ਵੀ ਅਸੀਂ ਦੇਖਦੇ ਵੀ ਧਰਮਾਂ ਦੇ ਵਿੱਚ ਵੀ ਇੱਦਾਂ ਦਾ ਰੌਲਾ ਬਹੁਤ ਸੀ, ਅਜੇ ਵੀ ਹੈ ਬਈ ਸਿਰਫ ਪਾਠ ਕਰਨਾ, ਪੂਜਾ ਕਰਨੀ ਤੇ ਮਾਲਾ ਫੇਰਨੀਆਂ, ਇਹ ਪਤਾ ਨਹੀਂ ਕਦਾਂ ਤੁਰਿਆ ਹੋਊਗਾ। ਬਿਲਕੁਲ। ਪਰ ਹੁਣ ਇਹ ਥੋੜਾ ਜਿਹਾ ਇਹਨੂੰ ਠੱਪ ਜਿਹਾ ਹੋ ਗਿਆ ਸੀ ਕਾਫੀ ਸਾਲਾਂ ਤੋਂ। ਹਾਂਜੀ। ਔਰ ਇਹਨੂੰ ਅੱਗੇ ਤੋਰਨ ਲਈ ਇਹਨਾਂ ਨੇ ਪੜ੍ਹਾਈ ਔਰ ਹਸਪਤਾਲਾਂ ਦਾ ਸਹਾਰਾ ਲਿਆ, ਕਿਉਂਕਿ ਧਾਰਮਿਕ ਸਥਾਨਾਂ ਤੇ ਕਾਲਜ, ਯੂਨੀਵਰਸਿਟੀਆਂ ਬਣਾਉਣ ਲੱਗ ਪਏ ਔਰ ਉੱਥੇ ਹਸਪਤਾਲ ਜਾਂ ਡਾਕਟਰਾਂ ਦਾ ਇੰਤਜ਼ਾਮ ਕਰਨ ਲੱਗ ਪਏ, ਕਿਉਂਕਿ ਉਹ ਤਾਂ ਬੰਦ ਹੋਣ ਦੀ ਕਗਾਰ ਤੇ ਸੀ ਸਾਰਾ ਕੁਛ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਲੋਕਾਂ ਨੂੰ ਉਹ ਪੁਰਾਣੀਆਂ ਚੀਜ਼ਾਂ ਚੰਗੀਆਂ ਨਹੀਂ ਸੀ ਲੱਗਦੀਆਂ, ਵੀ ਹੁਣ ਉਹ ਤੋਂ ਨਿਕਲਦਾ ਤਾਂ ਕੁਛ ਹੈ ਨਹੀਂ ਸੀ, ਜਿੰਨਾ ਮਰਜ਼ੀ ਤੁਸੀਂ ਮਾਲਾ ਫੇਰੀ ਜਾਓ। ਨਹੀਂ, ਨਾਲੇ ਇਹ ਤੋਂ ਬਿਨਾਂ ਬਲਵੀਰ ਜੀ ਜਿਹੜੇ ਪਾਠ ਪੂਜਾ ਕਰਨਾ ਇਨਕੇ ਜਾਂ ਨਾਮ ਜਪਣੇ ਅਜੇ ਤੱਕ ਸਵਾਰਿਆ ਤਾਂ ਹੈ ਨਹੀਂ ਕੁਛ ਵੀ। ਤਦੇ ਹੀ ਫਿਰ ਉਹ ਨਵੀਂ ਜਿਹੜੀ ਜਨਰੇਸ਼ਨ ਆ ਉਹਨੂੰ ਫਿੱਟ ਨਹੀਂ ਆ ਰਿਹਾ ਸੀ ਡਾਕਟਰ ਸਾਹਿਬ। ਉਹ ਫਿਰ ਬਦਲਣਾ ਪਿਆ ਇਹਨਾਂ ਨੂੰ। ਉਹ ਬਦਲ ਕੇ ਇਹਨਾਂ ਨੇ ਵਿੱਚ ਹਸਪਤਾਲ ਤੇ ਵਿੱਚ ਸਕੂਲ ਵਗੈਰਾ ਵੀ ਬੱਚਿਆਂ ਨੂੰ ਪੜ੍ਹਾਈ ਹੋਵੇ। ਹਾਂਜੀ ਹਾਂਜੀ ਹਾਂਜੀ। ਉਹ ਬਦਲਣਾ ਪਿਆ ਤਾਂ ਜਾ ਕੇ ਉਹ ਚੰਗਾ ਹੋਇਆ, ਉਹ ਭੇਡ ਚਾਲ ਬਦਲੀ ਤਾਂ ਕਰਕੇ ਉਹ ਬੱਚੇ ਉੱਧਰ ਨੂੰ ਜਾਣ ਲੱਗੇ, ਨਹੀਂ ਤਾਂ ਜਾਣਾ ਹੀ ਹਟ ਗਏ ਸੀ। ਉਹ ਭੇਡ ਚਾਲ ਬਦਲਣੀ ਪਈ ਆ। ਔਰ ਇਹ ਜਿਹੜਾ ਸਾਰਾ ਹੀ ਢਾਂਚਾ ਹੈਗਾ ਡਾਕਟਰ ਸਾਹਿਬ, ਇਹ ਸੋਸ਼ਲ ਟਰਾਂਸਫਰਮੇਸ਼ਨ ਦੇ ਦੁਆਲੇ ਵੀ ਘੁੰਮਦਾ ਹੈਗਾ, ਜਾਂ ਜਿਹੜਾ ਪਰਿਵਰਤਨ ਹੈਗਾ ਇਹਦੇ ਦੁਆਲੇ ਵੀ ਘੁੰਮਦਾ। ਵੀ ਇਹਦੇ ਦੁਆਲੇ ਤੁਸੀਂ ਵੀ ਗੱਲਬਾਤ ਕੀਤੀ ਹੈ ਵੀ ਭਗਤ ਸਿੰਘ ਉਹਨਾਂ ਦੇ, ਸ਼ਹੀਦ ਭਗਤ ਸਿੰਘ ਉਹਨਾਂ ਦੇ, ਡਾਕਟਰ ਅੰਬੇਡਕਰ ਉਹਨਾਂ ਦੇ, ਜਾਂ ਮਾਰਟਿਨ ਲੂਥਰ ਕਿੰਗ ਸਾਹਿਬ, ਉਹਨਾਂ ਦੀਆਂ ਗੱਲਾਂ ਤੁਸੀਂ ਦੇਖ ਲਓ, ਉਹਨਾਂ ਨੇ ਆਪਣੀ ਜ਼ਿੰਦਗੀਆਂ ਕੁਰਬਾਨ ਕਰ ਦਿੱਤੀਆਂ ਇਸ ਸਮਾਜ ਨੂੰ ਸੁਧਾਰਨ ਲਈ। ਬਿਲਕੁਲ ਬਿਲਕੁਲ ਬਿਲਕੁਲ। ਬਈ ਇਹਨਾਂ ਵਿੱਚ ਕੋਈ ਤਬਦੀਲੀ ਆਵੇ, ਕੋਈ ਪਰਿਵਰਤਨ ਆਵੇ। ਜੇ ਉਹਨਾਂ ਨੇ ਪਰਿਵਰਤਨ ਲਿਆਂਦਾ ਤਾਂ ਨਾਂ ਵੀ ਉਹਨਾਂ ਦੇ ਚਮਕਦੇ ਆ। ਇਦਾਂ ਹੀ ਆ, ਇਦਾਂ ਹੀ ਇਦਾਂ ਹੀ। ਔਰ ਉਹਨਾਂ ਨੇ ਵੱਖਰੀ ਲਾਈਨ ਖੜੀ ਕੀਤੀ ਆ, ਔਰ ਵੱਖਰੀ ਲਾਈਨ ਖੜੀ ਕੀਤੀ ਆ ਤਾਂ ਦੁਨੀਆ ਉਹਨਾਂ ਨੂੰ ਯਾਦ ਵੀ ਕਰਦੀ ਆ। ਇਦਾਂ ਹੀ ਇਦਾਂ ਹੀ। ਤੇ ਜੇ ਤੁਸੀਂ ਉਸ ਭੇਡ ਚਾਲ ਵਿੱਚ ਹੀ ਰਹਿਣਾ ਆ ਤਾਂ ਉਹਦੇ ਵਿੱਚ ਹੀ ਫਸੇ ਰਹਿਣਾ, ਜੋ ਪਹਿਲਾਂ ਤੋਂ ਤੁਰਿਆ ਆ ਰਿਹਾ, ਤਾਂ ਕੋਈ ਤਬਦੀਲੀ ਆ ਨਹੀਂ ਸਕਦੀ। ਬਿਲਕੁਲ ਬਿਲਕੁਲ ਬਿਲਕੁਲ। ਉਹ ਉਸੇ ਹੀ ਲੀਹ ਤੇ ਤੁਰੇ ਆ ਤਾਂ ਫਿਰ ਕੋਈ ਕੁਛ ਬਦਲਣੇ ਵਾਲਾ ਹੈ ਨਹੀਂ। ਤੇ ਇਹਦੀ ਗੱਲ ਇਹ ਵੀ ਇੱਕ ਵੱਖਰੀ ਹੈਗੀ ਆ ਡਾਕਟਰ ਸਾਹਿਬ, ਜਦੋਂ ਅਸੀਂ ਨਾ ਕਿਤੇ ਬਹੁਤ ਸਾਰੇ ਲੋਕ ਇਕੱਠੇ, ਕਿਉਂਕਿ ਭੇਡ ਚਾਲ ਦੇ ਵਿੱਚ ਇਕੱਠੇ ਬਹੁਤ ਹੁੰਦੇ ਲੋਕ। ਹਾਂ, ਕਿਉਂਕਿ ਉਹ ਦਿਮਾਗ ਨਹੀਂ ਯੂਜ਼ ਕਰਨਾ ਪੈਂਦਾ ਹੈ ਨਾ, ਦਿਮਾਗ ਨਹੀਂ ਯੂਜ਼ ਕਰਨਾ ਪੈਂਦਾ। ਦੂਜੀ ਉਹ ਪਹਿਲਾਂ ਤੋਂ ਰੀਤ ਚੱਲੀ ਹੁੰਦੀ, ਉਹਦੇ ਮਗਰੇ ਤੁਰੇ ਹੁੰਦੇ। ਜੇ ਤੁਸੀਂ ਕਿਤੇ ਉਹਦਾ ਬਦਲਾਅ ਕਰਨ ਦੀ ਜਾਂ ਕਿਤੇ ਕਹਿ ਵੀ ਦਿੱਤੀ ਗੱਲ, ਉਹ ਤਾਂ ਤੁਹਾਡੇ ਲਈ ਦੁਆਲੇ ਇਕੱਠੇ ਹੋ ਜੂਗੇ ਮਿੰਟਾਂ 'ਚ। ਉਹ ਤੁਹਾਨੂੰ ਸ਼ੈਟਰ ਕਰ ਦੂਗੇ। ਉਹ ਤਾਂ ਇਦਾਂ ਹੀ ਇਦਾਂ ਹੀ ਇਦਾਂ ਹੀ ਉਹ ਤਾਂ ਖਿਲਾਰ ਦੂਗੇ ਤੁਹਾਨੂੰ, ਕਿਉਂਕਿ ਭਾਵੇਂ ਗੱਲ ਤੁਹਾਡੀ ਚੰਗੀ ਵੀ ਹੋਵੇ, ਪਰ ਉਹਨਾਂ ਦੇ ਮੁਤਾਬਕ ਉਹ ਬਹੁਤ ਮਾੜੀ ਆ ਜਿਹੜੀ ਤਬਦੀਲੀ ਲਿਆਉਂਦੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਤੇ ਤਬਦੀਲੀ ਲਿਆਉਣੀ ਸੌਖੀ ਥੋੜ੍ਹਾ ਹੁੰਦੀ ਆ, ਕੁਰਬਾਨੀਆਂ ਦੇਣੀਆਂ ਪਈਆਂ ਸਾਡੇ ਸਾਰਿਆਂ ਬੰਦਿਆਂ ਨੂੰ ਜਿੰਨੇ ਵੀ ਪਹਿਲੇ ਹੋਏ ਆ। ਇਦਾਂ ਹੀ ਆ। ਪਿੱਛੇ ਜਿਹੇ ਦੀ ਗੱਲ ਹੈ ਡਾਕਟਰ ਸਾਹਿਬ, ਕਈ ਹੋਗਾ ਹੁਣ 4-5 ਸਾਲ ਮੇਰਾ ਖਿਆਲ। ਠੀਕ ਹੈ, ਓਕੇ। ਆਪਣੇ ਡਾਕਟਰ ਸਾਹਿਬ ਇੱਕ ਗੱਲ ਕਰ ਲੈਣ ਦਿਓ, ਫਿਰ ਮੈਂ ਕਰ ਦੇਣਾ ਬੰਦ। ਮੈਂ ਕਿਹਾ 4-5 ਸਾਲਾਂ ਦੀ ਗੱਲ ਆ ਇੰਡੀਆ ਦੀ ਆ, ਵੀ ਇੱਕ ਦਰਖਤ ਦੇ ਉੱਤੇ ਨਾ ਟਿੱਡੀਆਂ ਬਹਿ ਗਈਆਂ ਬਹੁਤ ਸਾਰੀਆਂ। ਅੱਛਾ ਜੀ। ਉਹ ਮਗਰੋਂ ਸਾਇੰਸਦਾਨਾਂ ਨੇ ਸਿੱਧ ਕੀਤਾ ਵੀ ਟਿੱਡੀਆਂ ਜਿਹੜੀਆਂ ਉਹ ਪਿਚਕਾਰੀ ਵਾਂਗੂ ਪਿਸ਼ਾਬ ਕਰਦੀਆਂ ਸੀ। ਅੱਛਾ। ਤੇ ਉਹ ਪਿਸ਼ਾਬ ਥੱਲੇ ਡਿੱਗਦਾ ਸੀ ਤਾਂ ਲੋਕ ਉੱਥੇ ਅੰਮ੍ਰਿਤ ਕਰ ਕਰਕੇ ਪੀਂਦੇ ਸੀ ਉਹਨੂੰ।
ਤੇ ਉਹ ਮਗਰੋਂ ਜਾਣੀ ਸਾਇੰਸਦਾਨਾਂ ਨੇ ਦੱਸਿਆ ਵੀ ਕਿਉਂ ਇਹ ਇਹਦਾ ਚੱਕਰ ਪੈ ਗਿਆ, ਕਾਹਤੇ ਲੋਕ ਇੱਥੇ ਇਕੱਠੇ ਇੰਨਾ ਹੋਣੇ ਸ਼ੁਰੂ ਹੋ ਗਏ ਹੈਗੇ ਆ। ਜਾਣੀ ਉਹ ਜਦ ਸਰਚ ਤੇ ਆ ਚਾੜਿਆ ਉਹਨੂੰ ਪੂਰਾ ਵੀ ਇਹ ਗੱਲ ਕੀ ਹੈਗੀ ਆ, ਤਾਂ ਉਹ ਇਦਾਂ ਦੀਆਂ ਚਿੜੀਆਂ ਸੀ, ਉਹ ਦਰਖਤਾਂ ਤੇ ਬਹੁਤ ਬਹਿ ਗਈਆਂ ਸੀ। ਔਰ ਸਾਡੇ ਲੋਕਾਂ ਨੇ ਉਹੀ ਅੰਮ੍ਰਿਤ ਬਣਾ ਪੀ ਲਿਆ ਉਹ, ਤੇ ਜਾਣੀ ਉਹਨਾਂ ਨਾਲੇ ਉਹਨਾਂ ਦੀ ਕੋਈ ਇਹ ਬਿਮਾਰੀਆਂ ਹਟਦੀਆਂ ਕੋਈ ਕੁਛ, ਜਾਣੀ ਉੱਥੇ ਪੈਸੇ ਦਾ ਸਾਧਨ ਵੀ ਬਣ ਗਿਆ, ਪੈਸੇ ਇਕੱਠੇ ਕਰਨ ਕਈਆਂ ਨੇ ਚਾਦਰਾਂ ਵਿਛਾ ਲਈਆਂ ਥੱਲੇ, ਇਦਾਂ ਦੀਆਂ ਗੱਲਾਂ ਵੀ ਚੱਲਦੀਆਂ। ਮੈਂ ਇਹ ਸਮਝਦਾ ਵੀ ਤੁਸੀਂ ਵੀ ਇੱਕ ਵੱਖਰੀ ਕਤਾਰ ਬਣਾ ਲਈ ਹੈਗੀ ਆ, ਔਰ ਤੁਹਾਨੂੰ ਅਸੀਂ ਸ਼ਾਬਾਸ਼ ਦਿੰਦੇ ਹਾਂ। ਤੁਹਾਡੇ ਬਹੁਤ ਸਾਰੇ ਵਧੀਆ ਜਿਹੜੇ ਲੇਖਣੀਆਂ ਹੈਗੀਆਂ ਆ, ਮੈਨੂੰ ਪਤਾ ਨਹੀਂ ਤੁਸੀਂ ਇੰਨੇ ਸਾਲਾਂ ਤੋਂ ਲਿਖਦੇ ਆ ਰਹੇ ਹੈਗੇ ਸੀ, ਔਰ ਸ਼ਾਬਾਸ਼ ਤੁਹਾਨੂੰ ਦਿੰਦੇ ਹਾਂ। ਬਹੁਤ ਮਿਹਰਬਾਨੀ ਮੇਰੇ ਵੀਰ। ਇਹ ਤਾਂ ਸੀ ਜੀ ਬਲਬੀਰ ਰਾਏ ਹੋਣੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਮੈਨੂੰ ਪਤਾ ਪਿੱਛੇ ਕੋਲਸ ਕਾਫੀ ਬੀਟ ਕਰ ਰਹੀਆਂ, ਅਤੇ ਮੈਂ ਚਾਹੁੰਦਾ ਵੀ ਥੋੜ੍ਹਾ ਟਾਈਮ ਯਾਨੀ ਕਿ ਤੁਹਾਨੂੰ ਮੈਂ ਦੇਵਾਂ 20 ਮਿੰਟ ਆਪਣੇ ਤੋਂ ਜੇ ਹੈ, ਕਿਉਂਕਿ ਮੈਂ ਸਾਰੀਆਂ ਕੋਲਸ ਯਾਨੀ ਕਿ ਸੁਣਨੀਆਂ ਚਾਹੁੰਦਾ, ਤੁਹਾਡੇ ਵਿਚਾਰ ਸੁਣਨੇ ਚਾਹੁੰਦਾ, ਅਤੇ ਉਹਨਾਂ ਨਾਲ ਮੈਨੂੰ ਇਕੱਲੇ ਨੂੰ ਨਹੀਂ, ਯਾਨੀ ਕਿ ਜਿੰਨੇ ਵੀ ਆਪਣੇ ਆਡੀਅנס ਹੈਗੇ, ਜਿੰਨੇ ਵੀ ਲਿਸਨਰਸ ਹੈਗੇ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਗੁਰਨਾਮ ਸਿੰਘ ਜੀ। ਬਸ ਮੇਰੇ ਵੀਰਾਂ ਨੇ ਤਾਂ ਬਹੁਤ ਕੁਛ ਕਹਿ ਹੀ ਦਿੱਤਾ, ਮੇਰਾ ਖਿਆਲ ਸਾਰੀ ਗੱਲ ਉਹਨਾਂ ਨੇ ਕਰਤੀ, ਪਰ ਇਹਦੇ ਚੋਂ ਜੇ ਨਿਚੋੜ ਕੀਤਾ ਜਾਵੇ, ਜਿਹੜੀ ਭੇਡ ਚਾਲ ਦੀ ਤੁਸੀਂ ਗੱਲ ਕਰਦੇ ਹੋ ਨਾ, ਇਹ ਹੈ ਗੁਲਾਮੀ ਦੀ ਨਿਸ਼ਾਨੀ, ਮਾਨਸਿਕ ਗੁਲਾਮੀ ਦੀ ਨਿਸ਼ਾਨੀ। ਐਬਸੋਲੂਟਲੀ, ਯੂ ਗੋਟ ਇਟ, ਯੈਸ। ਤੇ ਜਿਹੜਾ ਭਾਰਤੀ ਕਲਚਰ ਆ, ਕਿਉਂਕਿ ਇੱਥੇ ਜਾਤ ਪਾਤ ਦਾ ਜਿਹੜਾ ਕੋਡ ਆ ਨਾ, ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਮੁਗਲ ਆਏ, ਫਿਰ ਬ੍ਰਿਟਿਸ਼ ਆਏ, ਬ੍ਰਿਟਿਸ਼ ਨੇ ਸਾਨੂੰ ਬਹੁਤ ਗੁਲਾਮ ਕੀਤਾ। ਤੁਹਾਨੂੰ ਸਾਰਾ ਪਤਾ ਕਲੋਨੀਅਲਿਜ਼ਮ ਦੇ ਵਿੱਚ। ਸੋ ਇਹ ਅਸਲ ਵਿੱਚ ਬ੍ਰਿਟਿਸ਼ ਨੇ ਕਲਚਰ ਵੀ ਬਹੁਤ ਪ੍ਰਫੁੱਲਤ ਕਰਤਾ ਸੀਗਾ ਭੇਡ ਚਾਲ ਦਾ। ਹੁਣ ਇਹਨਾਂ ਨੇ 500 ਰਿਆਸਤਾਂ ਬਣਾਈਆਂ ਸੀ ਇੰਡੀਆ ਦੇ ਵਿੱਚ, ਹਾਂਜੀ, ਰਾਜ ਕਰਨ ਵਾਸਤੇ। ਔਰ ਇਹ ਜਿਹੜਾ ਭੇਡ ਚਾਲ ਦਾ ਕਲਚਰ ਆ, ਰਿਸ਼ਵਤਖੋਰੀ ਦਾ ਕਲਚਰ ਆ, ਇਹ ਐਂਡੈਮਿਕ ਕਰਤਾ ਸੀ ਉਸ ਸਟੇਟ ਵਿੱਚ। ਵੈਸੇ ਤਾਂ ਲੋਕ ਪਹਿਲਾਂ ਵੀ ਇਸੇ ਤਰ੍ਹਾਂ ਚੱਲਦੇ ਸੀਗੇ। ਬ੍ਰਿਟਿਸ਼ ਨੇ ਹੁਣ ਜਾਤ ਪਾਤ ਵੀ ਬ੍ਰਿਟਿਸ਼ ਨੇ ਉਹਨੂੰ ਵੱਢਿਆ, ਜਾਤ ਪਾਤ ਨੂੰ ਬ੍ਰਿਟਿਸ਼ ਨੇ। ਹਾਂਜੀ, ਤਾਂ ਜਿੱਦਾਂ ਹੁਣ ਐਗਜ਼ਾਮਪਲ ਹੈ, ਜਦੋਂ ਇਹਨਾਂ ਨੇ ਆਰਮੀ ਦੇ ਵਿੱਚ ਰੈਜੀਮੈਂਟਾਂ ਬਣਾਉਣੀਆਂ, ਵੱਖਰੀ ਵੱਖਰੀ ਜਾਤਾਂ ਦੇ ਰੈਜੀਮੈਂਟਾਂ। ਬਿਲਕੁਲ। ਤੇ ਬ੍ਰਾਹਮਣਾਂ ਨੂੰ ਫਿਰ ਵੀ ਇਹਨਾਂ ਨੇ ਸਾਰੇ ਗਵਰਨਮੈਂਟ ਪੋਸਟ ਦੇ ਵਿੱਚ ਜਿਹੜੀ ਬ੍ਰਾਹਮਣ ਕਲਾਸ ਆ ਉਹਨੂੰ ਰੱਖਿਆ ਇਹਨਾਂ ਨੇ। ਸੋ ਦੇ ਪਲੇਡ ਦ ਕਾਸਟ ਸਿਸਟਮ ਤੇ ਡਿਵਾਈਡ ਐਂਡ ਰੂਲ। ਇਸ ਕਰਕੇ ਸਾਡੇ ਭਾਰਤੀ ਲੋਕਾਂ ਦੇ ਵਿੱਚ ਬਹੁਤ ਮਾਨਸਿਕ ਗੁਲਾਮੀ ਆ। ਇਹਦਾ ਇੱਕ ਹੋਰ ਵੀ ਰੀਜ਼ਨ ਆ ਹਰੀਸ਼ ਜੀ, ਤੁਸੀਂ ਵੀ ਅਸੀਂ ਇੱਕੋ ਹੀ ਫੀਲਡ 'ਚ ਕੰਮ ਕਰਦੇ, ਜੋ ਕਿ ਹੈਗੀ ਫੈਮਿਲੀ ਦੇ ਵਿੱਚ ਵਾਇਲੈਂਸ। ਤੇ ਮੈਂ ਦੇਖਿਆ ਨਾ, ਜਿਹੜੀ ਸਾਈਕੋਲੋਜਿਸਟ ਕਹਿੰਦੇ ਵੀ 3 ਸਟੇਟਸ ਹੁੰਦੀਆਂ ਬੰਦੇ ਦੀਆਂ ਮਨ ਦੀਆਂ ਸਟੇਟਸ ਨਾ। ਇੱਕ ਹੁੰਦਾ ਪੈਰੈਂਟ, ਇੱਕ ਹੁੰਦਾ ਐਡਲਟ, ਇੱਕ ਹੁੰਦਾ ਚਾਈਲਡ। ਬਿਲਕੁਲ। ਤਾਂ ਜਦੋਂ ਨਾ ਮੈਂ ਆਪਣੇ ਭਾਰਤੀ ਲੋਕਾਂ ਦਾ ਇੰਟਰੈਕਸ਼ਨ ਮੈਂ ਓਬਜ਼ਰਵ ਕਰਦਾ, ਉੱਥੇ ਐਡਲਟ ਬਿਹੇਵੀਅਰ ਤਾਂ ਮਿਲਦਾ ਹੀ ਨਹੀਂ। ਜਾਂ ਤਾਂ ਉਹ ਪੈਰੈਂਟ ਹੁੰਦਾ ਤਾਂ ਜਾਂ ਉਹ ਚਾਈਲਡ ਹੁੰਦਾ, ਜਾਂ ਦੱਬ ਕੇ ਮਾਰਦਾ ਹੁੰਦਾ ਤੇ ਜਾਂ ਦੱਬ ਕੇ ਖਾਂਦਾ ਹੁੰਦਾ। ਇਹੀ ਸਾਡੀ ਜਾਣੀ ਕਿ ਮਾਨਸਿਕਤਾ ਹਾਲਤ ਆ। ਨਹੀਂ, ਅਸੀਂ ਇੱਕ ਦੂਜੇ ਨਾਲ ਬਰਾਬਰ ਤੇ ਬੇਸ ਇੱਕ ਦੂਜੇ ਨਾਲ ਜਾਣੀ ਕਿ ਰਿਲੇਟ ਨਹੀਂ ਕਰ ਸਕਦੇ। ਐਬਸੋਲੂਟਲੀ। ਹਾਂਜੀ, ਇਹ ਸਾਡੀ ਜਿੱਦਾਂ ਸਾਈਕੋਲੋਜੀ ਨਹੀਂ ਵਿਗਾੜਦੀ ਆ ਵੀ ਜੇ ਅਸੀਂ ਕਿਸ ਨੂੰ ਬਰਾਬਰ ਸਮਝੀਏ ਤਾਂ ਆਪਣਾ ਘਟਾ ਸਮਝਦੇ ਹਾਂ। ਸੋ ਇਹ ਜਿਹੜੀ ਹੁਣ ਮੈਂ ਨਹੀਂ ਕਹਿੰਦਾ ਵੀ ਬ੍ਰਿਟਨ ਦੇ ਵਿੱਚ ਜਾਂ ਵੈਸਟਰਨ ਕੰਟਰੀਆਂ ਦੇ ਵਿੱਚ ਇਹਨਾਂ 'ਚ ਵੀ ਹੈ ਭੇਡ ਚਾਲ, ਇਹਨਾਂ 'ਚ ਵੀ ਹੈ, ਕੋਈ ਸ਼ੱਕ ਦੀ ਗੱਲ ਨਹੀਂ। ਪਰ ਇਹਨਾਂ 'ਚ ਘੱਟ ਆ ਕਰਕੇ ਇੱਥੇ ਇੰਡੀਵਿਜੂਅਲ ਨੂੰ ਵੀ ਸੋਵਰਨ ਕੀਤਾ ਜਾਂਦਾ, ਇੰਡੀਵਿਜੂਅਲ ਦੀ ਹੋਂਦ ਨੂੰ ਪਛਾਣਿਆ ਜਾਂਦਾ। ਹਾਂਜੀ, ਬਿਲਕੁਲ। ਤੇ ਸਾਡੇ ਕਲਚਰ ਦੇ ਵਿੱਚ ਤਾਂ ਇੰਡੀਵਿਜੂਅਲ ਨੂੰ ਕੋਈ ਪਛਾਣਦਾ ਨਹੀਂ ਪਛਾਣਦਾ। ਸੋ ਇਹ ਫਿਊਡਲਿਜ਼ਮ ਵੀ ਵਿੱਚ ਹੀ ਆ ਜਾਂਦੀ ਆ, ਕਾਸਟਿਜ਼ਮ, ਰਿਲੀਜੀਅਸ ਫੰਡਾਮੈਂਟ, ਇਹ ਸਾਰਾ ਜਿਹੜਾ ਵੀ ਢਾਂਚਾ ਹੀ ਹੈਗਾ ਨਾ, ਇਹ ਸਾਨੂੰ ਗੁਲਾਮ ਰੱਖਦਾ। ਤੇ ਦੁੱਖ ਦੀ ਗੱਲ ਇਹ ਆ ਵੀ ਸਾਡੇ ਗੁਰੂ ਨਾਨਕ ਪਾਤਸ਼ਾਹ ਜੋ ਹੋਰ ਸਾਡੇ ਜਿਹੜੇ ਭਗਤ ਸੀਗੇ, ਯੋਧੇ ਸੀ, ਉਹਨਾਂ ਨੇ ਇਸ ਚੀਜ਼ ਨੂੰ ਪਛਾਣਿਆ ਤਾਂ ਇਹਨੂੰ ਚੈਲੰਜ ਵੀ ਕੀਤਾ। ਪਰ ਸਾਡੇ ਹੀ ਹੁਣ ਧਰਮ ਦੇ ਠੇਕੇਦਾਰ ਜਿਹੜੇ ਇੱਕ ਪਾਸੇ ਕਹਿੰਦੇ ਅਸੀਂ ਗੁਰੂਆਂ ਦੇ ਜਾਂ ਸਾਡੇ ਧਾਰਮਿਕ ਅਦਾਰਿਆਂ ਨੂੰ ਅੱਗੇ ਲਿਜਾਣ ਵਾਸਤੇ, ਪਰ ਉਹ ਸਾਨੂੰ ਪਿੱਛੇ ਲਿਜਾ ਰਹੇ ਆ। ਸੋ ਇਹਨੂੰ ਰੋਕਣ ਲਈ ਹੁਣ ਸਾਡੀ ਉੱਥੇ ਸਰਕਾਰ ਜਿਹੜੀ ਮੋਦੀ ਸਰਕਾਰ ਆ, ਚਲੋ ਆਪਾਂ ਸਿਆਸਤ ਵਿੱਚ ਨਾ ਜਾਈਏ, ਉਹਨਾਂ ਦੀ ਆਪ ਪਾਲਿਸੀ ਉਹ ਕਹਿੰਦੇ ਅਸੀਂ ਤਾਂ ਮੁੜ ਕੇ ਪੁਰਾਣਾ ਸਾਡਾ ਹਿੰਦੁੱਤਵਾ ਜਾਂ ਇਹਨਾਂ ਦਾ ਜੋ ਕਿ ਪੁਰਾਣਾ ਸੀਗਾ ਮਨੂ ਸਿਮਰਤੀਆਂ ਤੁਸੀਂ ਮੁੜ ਕੇ ਲਿਆਉਣੀਆਂ, ਕਿਹੜਾ ਸਿਸਟਮ ਤੁਸੀਂ ਕਰਨਾ। ਤੇ ਜੀ ਵੈਸਟਰਨ ਸਿਸਟਮ, ਵੈਸਟ ਖਰਾਬ ਆ, ਵੈਸਟ ਦੇ ਵਿੱਚ ਲੋਕ ਖਰਾਬ ਆ,
ਜੇ ਵੈਸਟ ਇੰਨਾ ਖਰਾਬ ਹੈ, ਤੁਸੀਂ ਕਿਉਂ ਵੀਰੇ ਇੰਨੇ ਏਜੰਟਾਂ ਨੂੰ ਪੈਸੇ ਦੇ ਦੇ ਕੇ ਤੇ ਵੈਸਟ ਬਚਾਉਣਾ ਚਾਹੁੰਦੇ ਆ? ਬਿਲਕੁਲ ਬਿਲਕੁਲ ਬਿਲਕੁਲ। ਸੋ ਹਿਊਮਨ ਰਾਈਟਸ ਤੇ ਫੋਕਸ ਕਰਨਾ ਚਾਹੀਦਾ, ਇਕੁਆਲਿਟੀ ਤੇ ਫੋਕਸ ਕਰਨਾ ਚਾਹੀਦਾ, ਤੇ ਬੱਚਿਆਂ ਨੂੰ ਕੌਨਫੀਡੈਂਟ ਬਣਾਵੋ। ਮਾਂ-ਬਾਪ ਨੂੰ ਕੌਨਫੀਡੈਂਸ ਦਿਓ, ਬੱਚਿਆਂ ਨੂੰ ਡਰਾਇਆ ਨਾ ਕਰੋ। ਬੱਚਿਆਂ ਨੂੰ ਅਸੀਂ ਡਰਾਉਂਦੇ ਡਰਾ ਕੇ ਕਹਿੰਦੇ ਖਰੇ ਬੰਦੇ ਬਣ ਜਾਣਗੇ, ਡਰਾ ਕੇ ਅਸੀਂ ਸਮਾਂ ਉਹਨਾਂ ਨੂੰ ਭੂਤ ਬਣਾ ਦਿੱਤਾ। ਜਿੱਦਾਂ ਆਪਣੇ ਮੈਨੂੰ ਤਾਂ ਚੇਤਾ ਜੋ ਛੋਟੇ ਸੀ, ਜੇ ਕੋਈ ਵੀ ਅਸੀਂ ਭੂਤ ਆ ਗਿਆ, ਚਿੜੇਲ ਆ ਗਈ, ਇਹ ਆ ਗਿਆ, ਉਹ ਆ ਗਿਆ, ਤੇ ਉਹੀ ਵੀ ਅਸੀਂ ਚਿੜੇਲਾਂ ਬਣ ਜਾਂਦੇ, ਅਸੀਂ ਭੂਤ ਬਣ ਜਾਂਦੇ ਹਾਂ। ਸੋ ਹਾਲਤ ਤਾਂ ਹੁਣ ਤੁਸੀਂ ਆਪ ਹੁਣ ਤੁਸੀਂ ਪ੍ਰੋਗਰਾਮ ਕਰਦੇ, ਸ਼ਾਇਦ ਥੋੜਾ ਪਤਾ ਇਹਦੇ ਨਾਲ ਵੀ ਸਾਡੇ ਕੰਨ ਖੁੱਲਦੇ ਆ। ਥੈਂਕ ਯੂ। ਤੇ ਐਜੂਕੇਸ਼ਨ ਦੇ ਨਾਲ ਵੀ ਚੇਂਜ ਆ ਸਕਦੀਆਂ, ਪਰ ਮੇਨ ਚੀਜ਼ ਸੈਲਫ ਕੌਨਫੀਡੈਂਸ ਆ। ਜੇ ਸੈਲਫ ਕੌਨਫੀਡੈਂਸ ਹੈ ਨਹੀਂ ਤਾਂ ਫਿਰ ਤੁਸੀਂ ਭੇਡ ਚਾਲ ਹੀ ਕਰਨੀ, ਹੋਰ ਕਰਨਾ। ਹਾਂਜੀ, ਹੋਰ ਧੰਨਵਾਦ ਹਰੀਸ਼ ਜੀ, ਤੁਸੀਂ ਸਾਨੂੰ ਮੌਕਾ ਦਿੱਤਾ ਵੀ ਅਸੀਂ ਵੀ ਯੋਗਦਾਨ ਥੋੜਾ ਬਹੁਤਾ ਪਾਇਆ। ਹਾਂਜੀ, ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ, ਥੈਂਕ ਯੂ। ਹਾਂਜੀ, ਬਹੁਤ ਜ਼ਿਆਦਾ ਭੁੱਲ ਚੁੱਕ, ਮਾਫ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਇਹ ਤਾਂ ਸੀ ਜੀ ਮੇਰੇ ਵੀਰ ਡਾਕਟਰ ਗੁਰਨਾਮ ਸਿੰਘ ਹੁਣੀ, ਜਿਹੜੇ ਕਿ ਪ੍ਰੋਫੈਸਰ ਹੈਗੇ ਆ ਵਰਕ ਯੂਨੀਵਰਸਿਟੀ ਵਿੱਚ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ। ਟੈਲੀਫੋਨ ਨੰਬਰ 0300 7702246। ਜੇ ਬਰਤਾਨੀਆ ਤੋਂ ਬਾਹਰ ਨੰਬਰ ਹੈਗਾ ਤਾਂ ਫਿਰ ਤੁਹਾਨੂੰ 0044 ਨੰਬਰ ਪਹਿਲਾਂ ਲਾਉਣਾ ਪਊਗਾ। ਗੱਲ ਤਾਂ ਇੰਡੀਵਿਜੂਅਲਿਟੀ ਦੀ ਹੈ, ਚਾਹੇ ਤੁਹਾਡੀ ਪਰਸਨਲ ਚੁਆਇਸ ਕੋਈ ਵੀ, ਚਾਹੇ ਕੱਪੜੇ ਪਾਉਣ ਦੀ ਗੱਲ ਹੈਗੀ ਆ, ਚਾਹੇ ਖਾਣ ਪੀਣ ਦੀ ਗੱਲ ਹੈਗੀ ਆ, ਚਾਹੇ ਤੁਹਾਡੇ ਧਾਰਮਿਕ ਵਿਚਾਰ ਹੈਗੇ, ਚਾਹੇ ਤੁਹਾਡੇ ਸਿਆਸੀ ਵਿਚਾਰ ਹੈਗੇ ਆ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਡਾਕਟਰ ਸਾਹਿਬ, ਮੈਂ ਗੁਰਦੇਵ ਸਿੰਘ ਭੁਗਲ ਬੋਲ ਰਿਹਾ, ਪੀਟਰਬਰਾ। ਭੁਗਲ ਸਾਹਿਬ, ਕੀ ਕਹਿਣਾ ਚਾਹੋਗੇ? ਵੈਲਕਮ ਤੁਹਾਡਾ ਜੀ, ਬਹੁਤ ਧੰਨਵਾਦ। ਮੈਂ ਸਾਰੇ ਕਾਲਰਾਂ ਨੂੰ ਸੁਣਿਆ, ਬਿਲਕੁਲ ਠੀਕ ਆ ਜੀ। ਪਰ ਹੁਣ ਕਰੇ ਕਿ ਇਹ ਵਿਸ਼ਾ ਤੇ ਬਹੁਤ ਜਾਣੀ ਕੋਈ ਨਿਚੋੜ ਜਾਂ ਕਹੀਏ, ਅਰਕ ਕਹਿ ਲਈਏ ਆਪਾਂ, ਤੇ ਸਾਰਾਂਸ਼ ਕਹਿ ਲਈਏ ਕਿ ਕੱਢਣਾ ਬੜਾ ਮੁਸ਼ਕਲ ਜਿਹਾ ਆ। ਬਿਲਕੁਲ, ਕਿਉਂਕਿ ਡਾਕਟਰ ਸਾਹਿਬ ਤੁਸੀਂ ਆਪ ਪੜ੍ਹੇ ਲਿਖੇ ਹੋ। ਡਾਕਟਰ ਸਾਹਿਬ ਆਏ ਸਨ, ਚੌਹਾਨ ਸਾਹਿਬ ਕਹਿ ਕੇ ਇੰਨੇ, ਦੂਸਰੇ ਵੀਰ ਜੀ ਗਏ, ਸਾਰਿਆਂ ਦੇ ਬਹੁਤ ਸੋਹਣੇ ਵਿਚਾਰ ਨੇ। ਤੇ ਉਹੀ ਮੈਂ ਕਹਿਣਾ ਚਾਹੁੰਦਾ ਵੀ ਜੇਕਰ ਉੱਥੇ ਵਾਕਿਆ ਹੀ ਸਾਡੇ ਮੁਲਕ ਦੇ ਵਿੱਚ ਨੈਤਿਕਤਾ ਹੁੰਦੀ, ਲੋਕਾਈ ਦੇ ਵਿੱਚ ਨੈਤਿਕਤਾ ਹੁੰਦੀ, ਸੱਚਾਈ ਹੁੰਦੀ, ਇਮਾਨਦਾਰੀ ਨਾਂ ਦੀ ਕੋਈ ਸ਼ੈ ਹੁੰਦੀ ਡਾਕਟਰ ਸਾਹਿਬ, ਤਾਂ ਮੁਲਕ ਦਾ ਆਹ ਹਾਲ ਨਹੀਂ ਸੀ ਹੋਣਾ। ਬਿਲਕੁਲ ਬਿਲਕੁਲ, ਇਹ ਹਾਲ ਹੋਇਆ ਹੀ ਤਾਂ ਆ। ਚੌਹਾਨ ਸਾਹਿਬ ਜਿਹੜੀ ਗੱਲ ਕਰਦੇ ਸੀ ਵੀ ਨੈਤਿਕਤਾ, ਜਿਹਨੂੰ ਮੋਰਾਲਿਟੀ ਆਪਾਂ ਕਹਿੰਦੇ ਆ, ਜੇ ਜੇ ਉਹ ਨੈਤਿਕਤਾ ਹੈਗੀ ਆ, ਲੇਕਿਨ ਗੱਲੀ ਬਾਤੀਆਂ ਉਹ ਆਪਣੇ ਪ੍ਰੈਕਟੀਕਲੀ ਬਹੁਤ ਘੱਟ ਵਾ। ਇਹ ਭੁਗਲ ਸਾਹਿਬ, ਇੱਥੇ ਵੀ ਆਪਣੇ ਲੋਕਾਂ 'ਚ ਇਹ ਕੰਮ ਹੀ ਹੈ। ਤੁਹਾਨੂੰ ਪਤਾ ਲੱਗ ਵੀ ਕਈ ਤਰ੍ਹਾਂ ਦੇ ਫਰੋਡ ਆਪਾਂ ਸੁਣਦੇ, ਸੁਰਖੀਆਂ ਬੜੀਆਂ ਹੁੰਦੀਆਂ। ਹਾਂਜੀ, ਬਿਲਕੁਲ। ਮੈਂ ਤੇ ਡਾਕਟਰ ਸਾਹਿਬ, ਮੈਂ ਗੱਲ ਮੁਕਾ ਦੇਣੀ, ਇੱਕ ਅੱਧਾ ਮਿੰਟ ਲੈਣਾ। ਮੈਂ ਤਾਂ ਇਹ ਕਹਿਣਾ ਆ ਵੀ ਆਪਣੇ ਮੁਲਕ ਦੀ ਗੱਲ ਕਰੀਏ। ਇੱਥੇ ਤੇ ਚਲੋ ਫਿਰ ਵੀ ਜਿਵੇਂ ਚੌਹਾਨ ਸਾਹਿਬ ਕਹਿ ਕੇ ਗਏ ਨੇ, ਬੜਾ ਫਿਰ ਵੀ ਬੜਾ ਫਰਕ ਵਾ, ਜ਼ਮੀਨ ਸਮਾਨ ਦਾ ਫਰਕ ਵਾ। ਨਹੀਂ, ਆਪਣੇ ਲੋਕਾਂ ਦੀ ਗੱਲ ਮੈਂ ਕਰਦਾ, ਜਿਹੜੇ ਆਪਣੇ ਇੱਥੇ ਲੋਕ ਆਏ, ਮਹਾਤਮਾ ਨੇ, ਬਹੁਤ ਧਰਮੀ ਨੇ, ਨਹੀਂ ਪਰ ਇਹਨਾਂ ਵਿੱਚ ਘੱਟੋ ਘੱਟ ਜਿਹੜੀ ਮੋਰਾਲਿਟੀ, ਜਿਹਨੂੰ ਆਪਾਂ ਕਹਿੰਦੇ ਨੈਤਿਕਤਾ ਕਹਿੰਦੇ ਆ, ਡਿਸਿਪਲਿਨ ਕਹਿੰਦੇ ਆ, ਅਨੁਸ਼ਾਸਨ ਕਹਿੰਦੇ ਆ, ਉਹ ਇਹਨਾਂ ਵਿੱਚ ਸਾਡੇ ਨਾਲੋਂ ਕਿਤੇ ਜ਼ਿਆਦਾ ਆ ਡਾਕਟਰ ਸਾਹਿਬ। ਬਿਲਕੁਲ। ਤੇ ਲਓ, ਮੈਂ ਜੇ ਉੱਥੇ ਜੋ ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕਰ ਚੁੱਕਾ, ਆਪਣੇ ਡਾਕਟਰ ਸਾਹਿਬ ਬੋਲ ਕੇ ਗਏ ਨੇ, ਉਹਨਾਂ ਦੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਤੇ ਜੇਕਰ ਸਾਡੇ ਲੋਕਾਂ ਵਿੱਚ ਉੱਥੇ ਸਦ ਭਾਵਨਾ ਹੋਵੇ, ਮੋਰਾਲਿਟੀ ਹੋਵੇ, ਨੈਤਿਕਤਾ ਹੋਵੇ, ਤੇ ਨਾ ਉਹਨਾਂ ਨੂੰ ਪੈਸੇ ਵੰਡਣ ਦੀ ਲੋੜ ਵਾ, ਨਾ ਉਹਨਾਂ ਨੂੰ ਸ਼ਰਾਬਾਂ ਵੰਡਣ ਦੀ ਲੋੜ ਵਾ, ਨਾ ਬੱਸਾਂ 'ਚ, ਨਾ ਪਾਣੀ 'ਚ ਬੱਸਾਂ ਦਿਖਾਲਣ ਦੀ ਲੋੜ ਵਾ, ਨਾ ਧਰਮ ਦੇ ਨਾਂ ਤੇ ਝੂਠੀਆਂ ਸੌਹਾਂ ਖਾਣ ਦੀ ਲੋੜ ਵਾ, ਕੁਝ ਵੀ ਕਰਨ ਦੀ ਲੋੜ ਨਹੀਂ ਹੈ। ਸਿਰਫ ਚਾਹੀਦਾ ਕੀ ਆ, ਇੱਕ ਲੋਕ ਭਲਾਈ ਦੀ ਭਾਵਨਾ ਹੋਣੀ ਚਾਹੀਦੀ ਆ। ਬਿਲਕੁਲ ਜੀ। ਉਹ ਭਾਵਨਾ, ਸਦ ਭਾਵਨਾ ਕਹਿ ਲਈਏ ਆਪਾਂ, ਜਦੋਂ ਉਹ ਹੋਵੇ ਤਾਂ ਫਿਰ ਮੁਲਕ ਦਾ ਡਾਕਟਰ ਸਾਹਿਬ ਵਿਕਾਸ ਹੁੰਦਾ, ਫਿਰ ਵਿਨਾਸ਼ ਨਹੀਂ ਹੋ ਸਕਦਾ। ਬਿਲਕੁਲ। ਵਿਨਾਸ਼ ਹੁੰਦਾ ਹੀ ਉਦੋਂ ਆ ਜਦੋਂ ਇਹ ਗੈਰ ਹਾਜ਼ਰ ਹੋਵੇ। ਥੈਂਕ ਯੂ ਭੁਗਲ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ। ਇਹ ਤਾਂ ਸੀ ਜੀ ਮੇਰੇ ਵੀਰ ਗੁਰਦੇਵ ਸਿੰਘ ਭੁਗਲ ਹੋਣੀ ਪੀਟਰਬਰਾ ਤੋਂ, ਜਿਨ੍ਹਾਂ ਨੇ ਆਪਣੇ ਵਿਚਾਰ ਆਪਣੇ ਸਾਂਝੇ ਕੀਤੇ। ਗੱਲ ਯਾਨੀ ਕਿ ਇਹ ਹੈ ਜਿਹੜੀ ਨੈਤਿਕਤਾ ਤੇ ਤਰਕਸ਼ੀਲਤਾ, ਜਿਹੜੀ ਮੇਰੀ ਕਿਤਾਬ ਦਾ ਨਾਂ ਵੀ ਹੈਗਾ, ਜਿੰਨੀ ਦੇਰ ਅਸੀਂ ਆਪਣੇ ਦਿਮਾਗ ਨਾਲ ਨਹੀਂ ਸੋਚਦੇ ਕਿਉਂ ਇੱਦਾਂ ਹੈਗਾ, ਵਾਟ ਆਰ ਦ ਰੀਜ਼ਨਸ, ਮੈਂ ਇਹ ਇੱਦਾਂ ਕਿਉਂ ਕਰਾਂ, ਕੀ ਤੁਹਾਡੇ ਕੌਨਸ਼ੀਅਸ ਜਿਹੜੀ ਹੈਗੀ ਉਸ ਚੀਜ਼ ਨੂੰ ਮੰਨਦੀ ਆ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਹਾਂਜੀ, ਕਰੋ ਗੱਲ ਜੀ। ਹਾਂਜੀ, ਮੈਂ ਮੇਰਚੰਦ ਜਸਲ ਗਲਾਸਗੋ ਤੋਂ ਬੋਲਦਾ। ਜਸਲ ਸਾਹਿਬ, ਕੀ ਕਹਿਣਾ ਚਾਹੋਗੇ? ਲੱਗ ਗਿਆ, ਮੈਂ ਹਾਪਾ 7 ਤੋਂ ਲੱਗਾ ਪਹਿਲਾਂ। ਨਾ, ਬਹੁਤ ਮਿਹਰਬਾਨੀ ਤੁਹਾਡੀ। ਹਾਂ, ਕੀ ਕਹਿਣਾ ਚਾਹੋਗੇ ਇਸ ਸਬਜੈਕਟ ਤੇ? ਹਾਂਜੀ, ਮੈਂ ਤੁਸੀਂ ਪਿੱਛੋਂ ਹੋ ਨਾ, ਆਵਾਜ਼ ਨੂੰ, ਟੈਲੀਵਿਜ਼ਨ ਨੂੰ ਬੰਦ ਕਰ ਦਿਓ, ਮੇਰੇ ਨਾਲ ਟੈਲੀਫੋਨ ਤੇ ਗੱਲ ਕਰੋ। ਹਾਂਜੀ, ਗੱਲ ਇਹ ਆ ਕਿ ਭੇਡ ਚਾਲ ਦਾ ਜਿਹੜਾ ਤੁਸੀਂ ਰੱਖਿਆ, ਗੱਲ ਤਾਂ ਹੈਗੀ ਆ ਇਹ ਜਿਹੜਾ ਲਫ਼ਜ਼ ਆ, ਲਫ਼ਜ਼ ਹੀ ਜਿਹੜਾ ਭੈੜਾ ਲਫ਼ਜ਼ ਹੈਗਾ ਆ, ਫੇਰ ਸਮਝ ਨਹੀਂ ਆਉਂਦੀ ਲੋਕਾਂ ਨੂੰ।
ਗੱਲ ਇਹ ਹੈ ਕਿ ਇਹ ਹਰ ਖੇਤਰ ਦੇ ਵਿੱਚ ਭੇਡ ਚਾਲ ਰਚਿਆ ਲੋਕਾਂ ਦੇ ਦਿਮਾਗ ਦੇ ਵਿੱਚ। ਜਿਹੜਾ ਵੀ ਕੰਮ ਕਰਨਾ ਕਿਸੇ ਵੀ ਖੇਤਰ ਦੇ ਵਿੱਚ ਉਸ ਭੇਡ ਚਾਲ ਹੀ ਆ, ਲੋਕ ਹਟ ਨਹੀਂ ਰਹੇ। ਹਾਲਾਂਕਿ ਇਹਦੇ ਨਾਲ ਨੁਕਸਾਨ ਵੀ ਹੁੰਦਾ, ਪੈਸੇ ਦਾ ਵੀ ਨੁਕਸਾਨ, ਟਾਈਮ ਦਾ ਵੀ ਨੁਕਸਾਨ, ਹਰ ਪੱਖੋਂ ਨੁਕਸਾਨ ਹੁੰਦਾ। ਯੰਗ ਜਨਰੇਸ਼ਨ ਜਿਹੜੀ ਆ ਇਹ ਤਾਂ ਨਹੀਂ ਹਟ ਸਕਦੀ। ਜਿਹੜੇ ਪਹਿਲੇ ਪੇਰੈਂਟਸ ਆ ਜਾਂ ਜਿਹਨਾਂ ਨੇ ਜ਼ਿੰਦਗੀ ਦੇਖੀ ਆ ਉਹ ਇੰਨਾ ਨਹੀਂ ਕਰਦੇ ਉਹ, ਪਰ ਜਿਹੜੇ ਰਸਮੋ ਰਿਵਾਜ ਆ ਉਹਦੇ ਵਿੱਚ ਜ਼ਰੂਰ ਪੈ ਜਾਂਦੇ ਆ। ਯੰਗ ਜਨਰੇਸ਼ਨ ਜਿਹੜੀ ਆ ਉਹਨਾਂ ਨੂੰ ਤਾਂ ਪੈਸਿਆਂ ਦੀ ਮਤਲਬ ਏਦਾਂ ਵੀ ਸਿੱਟੀ ਜਾਂਦੇ ਆ। ਪੈਂਟ ਲੈਣੀ ਹੈ ਮਹਿੰਗੀ, ਗੋਡਿਆਂ ਤੋਂ ਵੀ ਪਾਲ ਲੈਣੀ, ਪਿੱਛੋਂ ਵੀ ਪਾਲ ਲੈਣੀ, ਮਤਲਬ ਉਹਨਾਂ ਦਾ ਕੰਮ ਇਹ ਆ। ਉਹ ਤਾਂ ਦੂਸਰੇ ਨੂੰ ਦਿਖਾ ਲੈਂਦੇ ਆ ਜਿਹੜੇ ਉਹਨਾਂ ਦੇ ਫਰੈਂਡ ਵਾ। ਠੀਕ ਹੈ ਜਸਲ ਸਾਹਿਬ, ਉਹਨਾਂ ਦੇ ਜਿਹੜੇ ਵਿਆਹ ਸ਼ਾਦੀ ਹੁੰਦੇ ਆ ਉਹਦੇ ਵਿੱਚ ਬੇਥਾ ਭੇਡ ਚਾਲ ਆ ਸਾਰੀ। ਠੀਕ ਹੈ ਜੀ। ਵਿਆਹ ਹੁੰਦੇ ਆ ਜਿੱਦਾਂ ਮੰਡੀ ਹੁੰਦੀ ਆ, ਉੱਥੇ ਏਦਾਂ ਵੀ ਮੈਂ ਇੰਨੇ ਲਾਏ ਆ, ਮੈਂ ਇੰਨੇ ਲਾਏ ਆ, 12 ਲਾਏ ਆ। ਜਸਲ ਸਾਹਿਬ ਥੈਂਕ ਯੂ। ਏਦਾਂ ਹੈ ਵੀ ਜਦੋਂ ਥੈਂਕ ਯੂ ਜਸਲ ਸਾਹਿਬ। ਇਹ ਤਾਂ ਸੀ ਜੀ ਮੇਰਚੰਦ ਜਸਲ ਹੋਣੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਨੂੰ ਸਾਂਝੇ ਕੀਤੇ। ਮੈਂ ਚਾਹੁੰਦਾ ਤੁਸੀਂ ਗੱਲ ਆਪਣੀ ਸੰਖੇਪ ਵਿੱਚ ਰੱਖੋ ਕਿਉਂਕਿ ਪਿੱਛੇ ਕਾਫੀ ਕਾਲਸ ਵੇਟ ਕਰ ਰਹੀਆਂ, ਤਾਂ ਮੈਂ ਤੁਹਾਨੂੰ ਯਾਨੀ ਕਿ ਟਾਈਮ ਥੋੜ੍ਹਾ ਦੇ ਰਿਹਾ ਹੈਗਾ। ਭੇਡ ਚਾਲ ਬਿਲਕੁਲ ਇਹੀ ਹੈਗਾ ਵੀ ਅਸੀਂ ਬਿਨਾਂ ਕਿਸੇ ਈਵਨ ਕੱਪੜੇ ਵੀ ਜਿੱਦਾਂ ਪਾਉਣੇ ਹੈਗੇ, ਹਾਂ ਜੀ ਮੈਂ ਫਲਾਣੇ ਨੇ ਪਾਇਆ ਸੀ ਮੈਂ ਪਾਉਣਾ, ਜ਼ਰੂਰ ਥੋੜ੍ਹਾ ਤੁਹਾਨੂੰ ਸਾਜਦਾ ਹੋਵੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਹੈਲੋ, ਹਾਂਜੀ ਕਰੋ ਗੱਲ ਜੀ। ਹਾਂਜੀ ਮੈਂ ਕਿਹਾ ਭਾਜੀ ਮੇਰੀਆਂ ਗੱਲਾਂ ਉੱਦਾਂ ਕਰੀਆਂ ਹੁੰਦੀਆਂ। ਅਜਾ ਭੇਡ ਚਾਲ ਜਿਹੜੀ ਤੁਸੀਂ ਕਹਿੰਦੇ ਆ ਇਹ ਭੇਡ ਦੇ ਮਗਰ ਕਿਉਂ ਚੱਲਦੀਆਂ ਬਾਕੀ ਭੇਡਾਂ? ਮੈਨੂੰ ਇਹ ਨਹੀਂ ਸਮਝ ਲੱਗਦੀ। ਰੱਬ ਨੇ ਇਹਨਾਂ ਦੀ ਕੁਦਰਤੀ ਇਹਨਾਂ ਦੇ ਦਿਮਾਗ 'ਚ ਪਾਇਆ ਆ। ਫਿਰ ਦੇਖੋ ਤੁਸੀਂ ਭੇਡ ਕਿੰਨੀ ਉਹ ਅਕਲ ਵਾਲੀ ਹੋਊਗੀ, ਜਦੋਂ ਕੋਈ ਮੋਹਰੇ ਆ ਜਾਂਦਾ ਉਹ ਖੜੀ ਹੋ ਜਾਂਦੀ ਆ, ਬਾਕੀ ਦੇ ਉਹਦੇ ਮਗਰ ਖੜੇ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਸੇਵ ਕਰਦੀ ਆ ਉਹ ਕਿ ਬਾਕੀ ਦੀਆਂ ਨੂੰ। ਉਹਦੇ 'ਚ ਇੰਨਾ ਦਿਮਾਗ ਕਿੱਥੋਂ ਆਇਆ ਹੋਊਗਾ ਵੀ ਇਹ ਮੇਰੇ ਮਗਰ ਜਿਹੜੀਆਂ ਜਾਂਦੀਆਂ ਇਹਨਾਂ ਨੂੰ ਸੇਵ ਕਰਕੇ ਰੱਖਾਂ ਹੈ। ਤਾਂ ਜਿਹੜੇ ਬੰਦੇ ਮੈਂ ਕਹਿੰਦੀ ਮੋਹਰੀ ਬਣਦੇ ਆ ਨਾ, ਉਹਨਾਂ ਨੂੰ ਅਕਲ ਚਾਹੀਦੀ ਆ, ਉਹਨਾਂ ਨੂੰ ਆਪਣੇ ਦਿਮਾਗ ਤੋਂ ਇਹ ਵਰਤਣਾ ਚਾਹੀਦਾ ਵੀ ਲੋਕੀ ਮੇਰੇ ਮਗਰ ਚੱਲੂਗੇ, ਮੈਨੂੰ ਚੁਣਿਆ ਆ, ਮੈਨੂੰ ਬੌਸ ਬਣਾਇਆ ਆ, ਇਹ ਮੇਰੇ ਮਗਰ ਚੱਲੂਗੇ ਲੋਕ। ਇਸ ਕਰਕੇ ਮੈਂ ਕੋਈ ਅਕਲ ਵਾਲੀ ਗੱਲ ਕਰਾਂ ਜਾਂ ਅਕਲ ਹੀ ਦੇਵਾਂ ਲੋਕਾਂ ਨੂੰ, ਤਾਂ ਭੇਡ ਦੇਖੋ ਤੁਸੀਂ ਉਹਨੂੰ ਕਿੱਦਾਂ ਬਚਾ ਕੇ ਲਿਜਾਂਦੀ ਆ ਸਾਰਿਆਂ ਤੋਂ। ਆਪ ਮੋਹਰੇ ਹੋ ਜਾਂਦੀ ਆ ਤਾਂ ਉਹ ਪਿੱਛੇ ਪਿੱਛੇ ਖੜੇ ਹੋ ਜਾਂਦੇ ਆ, ਫਿਰ ਉਹ ਜਿੱਥੇ ਸੇਫ ਜਗ੍ਹਾ ਹੁੰਦੀ ਆ ਉੱਥੋਂ ਦੀ ਲੈ ਕੇ ਜਾਂਦੀ ਆ। ਇਹ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਭੇਡ ਚਾਲ ਆਪਾਂ ਕਹਿੰਦੇ ਤਾਂ ਹੈ ਭੇਡ ਚਾਲ ਪਰ ਭੇਡਾਂ 'ਚ ਵੀ ਅਕਲ ਹੈਗੀ ਆ ਨਾ। ਕਿਸੇ ਦਿਨ ਕਰਦੇ ਗੱਲ ਭੇਡ ਨੂੰ ਵੀ ਇੰਟਰਵਿਊ ਕਰਦੇ ਆ ਆਪਾਂ, ਏਦਾਂ ਕਰਦੇ ਆ। ਓਕੇ ਭੈਣ ਜੀ, ਥੈਂਕ ਯੂ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਮੇਰੇ ਭੈਣ ਜੀ ਹੋਣੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਨੂੰ ਸਾਂਝੇ ਕੀਤੇ। ਸਭ ਤੋਂ ਜੀ 8 ਮਿੰਟ ਹੈ, ਪਿੱਛੇ ਕਾਲਸ ਮੈਨੂੰ ਪਤਾ ਵੇਟ ਕਰ ਰਹੀਆਂ, ਇਸੇ ਕਰਕੇ ਮੈਂ ਚਾਹੁੰਦਾ ਵੀ ਤੁਹਾਨੂੰ ਸਾਰਿਆਂ ਨੂੰ ਟਾਈਮ ਦੇਵਾਂ। ਗੱਲ ਜਿਸ ਤਰ੍ਹਾਂ ਮੈਂ ਕਹਿ ਰਹੀ ਸੀ, ਚਾਹੇ ਖਾਣ ਪੀਣ ਦੀ ਵੀ ਗੱਲ ਹੈ, ਤੁਹਾਡੀ ਆਪਣੀ ਚੋਇਸ ਕੀ ਹੈਗੀ ਹੈ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਨਮਸਕਾਰ ਡਾਕਟਰ ਸਾਹਿਬ। ਹਾਂ ਜੀ ਸੁਮਨ ਸਾਹਿਬ, ਕੀ ਕਹਿਣਾ ਚਾਹੋਗੇ? ਕਿੰਨਾ ਟਾਈਮ ਆ? ਟਾਈਮ ਸਾਡੇ ਤੋਂ 8 ਮਿੰਟ ਹੈ, ਪਰ ਪਿੱਛੇ ਕਾਲਸ ਵੀ ਵੇਟ ਕਰ ਰਹੀਆਂ। ਓਕੇ, ਬਿਲਕੁਲ ਮੈਂ ਸ਼ਾਰਟ ਕਰਾਂਗਾ ਫਿਰ। ਹਾਂ ਡਾਕਟਰ ਸਾਹਿਬ, ਜਿਹੜੇ ਮੇਰੇ ਮਤਲਬ ਮੈਂ ਕਹਿੰਦਾ ਕਿ ਜਿਹੜੇ ਲੋਕ ਆਪਣੇ ਅਸੂਲ ਤੋਂ ਪਿੱਛੇ ਨਹੀਂ ਹਟਦੇ, ਮੈਂ ਉਹਨਾਂ ਨੂੰ ਸਲੂਟ ਕਰਦਾ। ਐਬਸੋਲੂਟਲੀ, ਦੈਟਸ ਦ ਹੋਲ ਪੁਆਇੰਟ। ਮੈਂ ਉਹਨਾਂ ਨੂੰ ਸਲੂਟ ਕਰਦਾ ਜਿਹੜੇ ਆਪਣੇ ਸਟੈਂਡ ਤੇ ਖੜਦੇ ਨੇ ਔਰ ਕਿਸੇ ਜ਼ੁਲਮ ਦੇ ਖਿਲਾਫ ਬੋਲਣ ਲੱਗੇ ਪਰਵਾਹ ਨਹੀਂ ਕਰਦੇ। ਬਿਲਕੁਲ ਬਿਲਕੁਲ। ਜੇ ਹਿਸਟਰੀ ਵੱਲ ਡਾਕਟਰ ਸਾਹਿਬ ਜਾਈਏ ਤਾਂ ਜੋ ਗੁਰੂਆਂ ਨੇ ਕੁਰਬਾਨੀ ਕੀਤੀ ਤੁਹਾਡੇ ਸਾਹਮਣੇ ਆ। ਐਬਸੋਲੂਟਲੀ ਐਬਸੋਲੂਟਲੀ। ਭਗਤ ਸਿੰਘ ਨੇ ਜੋ ਕੁਰਬਾਨੀ ਕੀਤੀ, ਲਾਰਡ ਅਰਜਨ ਨੇ ਕਿਹਾ ਤੈਨੂੰ ਛੱਡ ਦਿਆਂਗੇ ਜੇ ਤੂੰ ਆਪਣਾ ਸਟਰਗਲ ਛੱਡ ਦੇਵੇਂ। ਉਹ ਕਹਿੰਦਾ ਮੈਨੂੰ ਫਾਂਸੀ ਮਨਜ਼ੂਰ ਹੈ ਲੇਕਿਨ ਮੈਂ ਆਪਣੀ ਸਟਰਗਲ ਨਹੀਂ ਛੱਡਣੀ। ਇਦਾਂ ਹੀ ਡਾਕਟਰ ਅੰਬੇਦਕਰ ਸਾਹਿਬ ਨੇ, ਡਾਕਟਰ ਸਾਹਿਬ ਉਹਨਾਂ ਨੇ ਇੰਨੀ ਕੁਰਬਾਨੀ ਕੀਤੀ। 1951 ਦੇ ਵਿੱਚ ਲਾਅ ਮਿਨਿਸਟਰ ਸੀ ਪ੍ਰਿੰਸੀਪਲ, ਤੇ ਉਹ ਲਾਅ ਮਿਨਿਸਟਰ ਨੂੰ ਧੱਕਾ ਮਾਰ ਦਿੱਤਾ। ਬਿਲਕੁਲ। ਜਿਸ ਵੇਲੇ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਧਰਮ ਛੱਡ ਦੇਣਾ, ਦੂਸਰਾ ਧਰਮ ਅਪਣਾਉਣ ਕਰਨਾ, ਤੇ ਉਹਨਾਂ ਨੇ ਕਿਹਾ ਕਿ ਮੈਂ ਕ੍ਰਿਸਚੀਅਨ ਤੇ ਮਤਲਬ ਕ੍ਰਿਸਚੀਅਨ ਨਹੀਂ ਅਪਣਾਉਣਾ, ਮੁਸਲਾਮ ਨਹੀਂ ਕਰਨਾ ਕਿਉਂਕਿ ਮੇਰੇ ਮੁਲਕ ਦੇ ਧਰਮ ਨਹੀਂ ਗਏ। ਲੇਕਿਨ ਜਿਹੜਾ ਇਸਲਾਮ ਦਾ ਜਿਹੜਾ ਬਹੁਤ ਵੱਡਾ ਅਮੀਰ ਜਿਹੜਾ ਬਾਦਸ਼ਾਹ ਸੀ ਕਿ ਨਾ ਆਪਣਾ ਹੈਦਰਾਬਾਦ ਦਾ, ਉਹਨੇ ਕਰੋੜਾਂ ਰੁਪਈਆ ਡਾਕਟਰ ਸਾਹਿਬ ਨੂੰ ਆਫਰ ਕੀਤਾ ਇਸਲਾਮ ਲੈਣ ਵਾਸਤੇ, ਉਹਨੇ ਉਹਨੂੰ ਠੁਕਰਾ ਦਿੱਤਾ। ਇੱਕ ਗਰੀਬ ਆਦਮੀ
ਜਿਹਦੇ ਘਰ ਵਿੱਚ ਰੋਟੀ ਵੀ ਮੁਸ਼ਕਲ ਮਤਲਬ ਪੱਕਦੀ ਸੀ ਕਿ ਲੇਕਿਨ ਉਸ ਆਦਮੀ ਨੇ ਕਰੋੜਾਂ ਰੁਪਇਆ ਆਪਣੇ ਅਸੂਲ ਦੀ ਖਾਤਰ ਮਤਲਬ ਕੁਰਬਾਨ ਕਰਤਾ। ਮੈਨੂੰ ਇਦਾਂ ਦੀ ਕੁਰਬਾਨੀ ਮੈਨੂੰ ਹੋਰ ਕਿਤੇ ਇਨਸਾਨ 'ਚ ਅੱਜ ਦੇ ਕਿਸੇ ਪੋਲੀਟੀਸ਼ੀਅਨ 'ਚ ਮੈਨੂੰ ਨਹੀਂ ਦਿਸਦੀ। ਡਾਕਟਰ ਸਾਹਿਬ ਅੱਜ ਵੀ ਇਸ ਫਾਸਿਸਟ ਗਵਰਨਮੈਂਟ ਨੇ ਪਤਾ ਨਹੀਂ ਸੈਂਕੜੇ ਹਜ਼ਾਰਾਂ ਸਾਡੇ ਨੌਜਵਾਨ ਧੱਕੇ ਵਿੱਚ ਸਿੱਟੇ ਹੋਏ ਆ, ਰਾਈਟਰ ਵਿੱਚ ਸਿੱਟੇ ਹੋਏ ਆ, ਉਹਨਾਂ ਦੀ ਪੁੱਛਗਿੱਛ ਨਹੀਂ ਹੁੰਦੀ। ਲੇਕਿਨ ਜਦੋਂ ਬਾਹਰ ਆਉਂਦੇ ਆ ਉਹ ਉਸੇ ਗਰਜ ਨਾਲ ਬੋਲਦੇ ਆ ਜੋ ਪਹਿਲਾਂ ਬੋਲਦੇ ਸੀਗੇ। ਇਹ ਆ ਪ੍ਰਿੰਸੀਪਲ। ਡਾਕਟਰ ਸਾਹਿਬ ਤੁਸੀਂ ਇਹ ਵੀ ਦੇਖਿਆ ਕਿ ਕਿੰਨੇ ਆਰਟਿਸਟ ਨੇ, ਕਿੰਨੇ ਰਾਈਟਰਸ ਨੇ, ਉਹਨਾਂ ਨੇ ਆਪਣੇ ਖਿਤਾਬ ਵਾਪਸ ਦੇ ਦਿੱਤੇ, ਲੱਖਾਂ ਰੁਪਈਆ ਵਾਪਸ ਦੇ ਦਿੱਤਾ, ਆਪਣੇ ਅਸੂਲ ਤੋਂ ਪਿੱਛੇ ਨਹੀਂ ਹਟੇ। ਸੋ ਮੇਰਾ ਕਹਿਣ ਦਾ ਮਤਲਬ ਡਾਕਟਰ ਸਾਹਿਬ ਮੈਂ ਦੂਸਰੀ ਸਭ ਤੋਂ ਵੱਡੀ ਮੈਂ ਇੱਕ ਹੋਰ ਇਨਸਾਨ ਦੀ ਮੈਂ ਬਹੁਤ ਕਦਰ ਕਰਦਾ ਕਪੂਰ ਸਿੰਘ। ਡਾਕਟਰ ਸਾਹਿਬ ਕਪੂਰ ਸਿੰਘ ਨੇ ਸਾਰੀ ਉਮਰ ਸਫ਼ਰ ਕੀਤਾ, ਇਸ ਹਕੂਮਤ ਦੇ ਨਾਲ ਸਟਰਗਲ ਕੀਤੀ, ਉਹਨੂੰ ਬੁਰੀ ਤਰ੍ਹਾਂ ਇਹਨਾਂ ਲੋਕਾਂ ਨੇ ਜ਼ਲੀਲ ਕੀਤਾ, ਲੇਕਿਨ ਉਹ ਇਨਸਾਨ ਮਰਦੇ ਦਮ ਤੱਕ ਆਪਣੇ ਅਸੂਲ ਤੋਂ ਪਿੱਛੇ ਨਹੀਂ ਹਟਿਆ। ਡਾਕਟਰ ਕਪੂਰ ਸਿੰਘ ਆ, ਉਹਨੇ ਆਪਣੀ ਕਿਤਾਬ ਵਿੱਚ ਲਿਖਿਆ ਡਾਕਟਰ ਅੰਬੇਦਕਰ ਸਾਹਿਬ ਵਾਸਤੇ, ਉਹ ਕਹਿੰਦਾ ਜਿਹੜਾ ਤੁਸੀਂ ਕਹਿੰਦੇ ਕਿ 20,000 ਰੁਪਇਆ ਸਾਡਾ ਲੈ ਕੇ ਭੱਜ ਜਾਊਗਾ, ਇਸ ਆਦਮੀ ਨੂੰ ਲੱਖਾਂ ਕਰੋੜਾਂ ਰੁਪਈਆ ਹਿੰਦੂ ਵੀ ਦੇ ਰਹੇ ਆ ਔਰ ਮੁਸਲਮਾਨ ਵੀ ਦੇ ਰਹੇ ਆ, ਕ੍ਰਿਸਚਨ ਵੀ ਦੇ ਰਹੇ ਆ, ਔਰ ਤੁਸੀਂ ਕਹਿੰਦੇ ਕਿ 20,000 ਰੁਪਇਆ ਆਦਮੀ ਲੈ ਕੇ ਭੱਜ ਗਿਆ, ਤੁਹਾਡਾ ਦਿਮਾਗ ਠੀਕ ਹੈਗਾ? ਸੋ ਇਦਾਂ ਦੇ ਸੱਚ ਬੋਲਣ ਵਾਲੇ ਇਨਸਾਨ ਵੀ ਸਾਡੀ ਧਰਤੀ ਤੇ ਸਾਡੇ ਖਿੱਤੇ 'ਚ ਪੈਦਾ ਹੋ ਰਹੇ ਔਰ ਹੋ ਰਹੇ ਨੇ। ਔਰ ਹਮੇਸ਼ਾ ਤੁਸੀਂ ਦੇਖੋ ਡਾਕਟਰ ਸਾਹਿਬ ਜਿਹੜਾ ਜ਼ੁਲਮ ਕਰਦਾ ਉਹ ਬਾਅਦ 'ਚ ਨਹੀਂ ਰਹੇਗਾ, ਜਿਹੜਾ ਸੱਚ ਬੋਲਦਾ ਨਾ ਆਪਣੇ ਸਟੈਂਡ ਤੇ ਖੜਾ ਉਹ ਹਮੇਸ਼ਾ ਵਿਨ ਕਰੇਗਾ ਔਰ ਦੁਨੀਆ ਨੂੰ ਹਮੇਸ਼ਾ ਯਾਦ ਕਰਦੀ ਰਹੇਗੀ। ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਮੇਰੇ ਵੀਰ ਹਰਭਜਨ ਸੁਮਨ ਹੋਣੀ ਜਿਨ੍ਹਾਂ ਨੇ ਆਪਣੇ ਵਿਚਾਰ ਆਪਣੇ ਨਾਲ ਸਾਂਝੇ ਕੀਤੇ ਹੈਗੇ ਆ। ਮੈਨੂੰ ਪਤਾ ਲੱਗ ਕਾਲਸ 2 ਯਾਨੀ ਕਿ ਪਿੱਛੇ ਵੇਟ ਕਰ ਰਹੀਆਂ ਹੈਗੀਆਂ, ਮੈਂ ਉਹਨਾਂ ਨੂੰ ਵੀ ਲੈਣੀ ਚਾਹੁੰਦਾ ਹੈਗਾ। ਸਭ ਤੋਂ ਅਜੇ ਵੀ 4 ਮਿੰਟ ਤੋਂ ਉੱਪਰ ਟਾਈਮ ਲਿੰਕ ਹੈਗਾ, ਮੈਂ ਚਾਹੁੰਦਾ ਤੁਹਾਨੂੰ ਥੋੜ੍ਹਾ ਟਾਈਮ ਦੇਵਾਂ ਤੇ ਜਿਹੜੇ ਵੀ ਕਾਲਰਸ ਅਜੇ ਤੱਕ ਵੀ ਆ ਰਹੇ ਹੈਗੇ ਜਾਂ ਫਿਊਚਰ ਵਿੱਚ ਆਉਣੇ ਉਹਨਾਂ ਨੂੰ ਹੁਣ ਤੋਂ ਇਤਨੀ ਬਾਤ ਕਰ ਦਵਾਂ। ਹੈਲੋ ਜੀ, ਕੌਣ ਸੇ ਜੀ, ਕਿੱਥੋਂ ਬੋਲ ਰਹੇ जी? मैं अर्चना बोल रही हूँ बर्मिंघम से। हाँ जी अर्चना जी, की कहना चाहोगे? सब तो 4 मिनट है। हाँ, मैं 4 मिनट। ये सब लोगों ने पॉलिटिक्स के बारे में बोला है, जात बिरादरी के बारे में बोला है, सब कुछ। मैं इस चीज़ों को दोबारा नहीं लेके आ रही हूँ। मैं एक आम लाइफ, आम जिंदगी के बारे में बोल रही हूँ जो हमारी अपनी जिंदगी है। प्रिंसिपल जो पर्सन होगा वो ऑनेस्ट होगा, उसके अंदर सेंस ऑफ फेयरनेस होगी और वो जो भी डिसीजन करेगा सोच के करेगा, पार्शलिटी नहीं करेगा और इंडिविजुअल, जैसे कि उन्होंने कहा कि इंडिविजुअल्स को देखेगा। और इसके साथ जो पर्सन जो जिसके पास प्रिंसिपल है वो शख्स जो होगा वो गुड होगा, डिसेंट होगा। हो सकता है उसके दुश्मन तो ज्यादा हो सकते हैं क्योंकि वो भेड़ चाल में नहीं जाता, उसके अपने डिसीजन है, वो देखता क्या राइट और क्या रॉन्ग है। दूसरी तरफ जिनके पास प्रिंसिपल नहीं है, भेड़ चाल है, वो लोग डिसऑनेस्ट है, करप्ट है और मैं उनको कहूँगी वो लोग ईवल है। तो ये जो है ये अकेला हमारी जात बिरादरी में और देशों में नहीं या पॉलिटिक्स में नहीं, हर घर में है। कहीं पर 2 बच्चे आपस में लड़ पड़े तो एक की पार्शलिटी करनी, एक को नहीं देखना, ये गलत बात है। अगर आपके रिश्तेदारों में है, अगर आपका कोई रिश्तेदार ठीक नहीं है, आपको मालूम है इसने गलत कहा है और जब देखा कि सारे उसके अगेंस्ट हो रहे हैं, वो इंसान बोल रहा है कि मैंने ये नहीं किया पर सारे लोग नहीं इसने किया है, बेशक, तो आपको उसकी तरफ रहना चाहिए जो शख्स सही है, काइंड है। मैंने एक जगह देखा, मैं किसी के घर गई तो उसके घर में फोन आया उसकी बेटी का। जब उसकी वाइफ ने फोन उठाया, बेटी रिश्तेदारों की लड़की थी, उसने फोन किया कि भी अंकल घर पर है, तो उसकी वाइफ ने कहा अभी बोल रही था तो उसके जो हस्बैंड ने फोन पकड़ लिया, बोला हेलो, तो उस लड़की ने फोन नीचे रख दिया। जब फोन नीचे रख दिया तो वो कहते कि दोबारा फोन किया, बोले तुमने फोन नीचे कर दिया? कहते क्योंकि आंटी ने ये कहा था कि अंकल घर पे नहीं है। कहते ये तो हुआ नहीं, मैं तो यहाँ पास में खड़ा हूँ। अरे ये कैसे हो सकता है, मैंने तो किया था। कहते तुम क्या कर सकते? मैं बाहर पास खड़ा था, मैंने पकड़ा, तुमने फोन रख दिया। यानी इस छोटी सी बात है, अगर वो उस समय थोड़ी दूर होते उसका जो हस्बैंड है तो ये बात कहीं की कहीं बिगड़ सकती थी। इसी तरह कभी भी ट्रस्ट करो, अगर आपको पता लगता है एक शख्स गलत है, उसने आपकी वाइफ को गलत कहा है या अपनी माँ को गलत कहा है या अपनी आंटी को गलत कहा है या चाची को, ताई को, किसी को भी कहा है, उसके साथ स्टिक रहो। 1 वे ट्रैफिक में मत चलो कि एक को तुम सही कह रहे हो पर जो गलत है उसको गलत कहना चाहिए। और अगर आपके पास चांस मिले तो सही पर्सन जो है उसके सामने उस गलत पर्सन को सामने कहना चाहिए। थैंक यू जी। और ये नॉट ओनली है बट इन स्कूल। थैंक यू अर्चना जी, थैंक यू वेरी मच। ये तो सी अर्चना जी जिन्होंने अपने विचार साढ़े साझे किए। सर तो हूँ 1 मिनट तो कुछ सैकंड जिन के वापस जिन के रह गए है। मैं सारे कॉलर्स का बहुत ज़्यादा तहे दिल तो धन्यवादी हाँ जिन्होंने
ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈਗੀ ਆ। ਹੈਲੋ ਜੀ, ਕੌਣ ਤੋਂ ਜੀ, ਕਿੱਥੋਂ ਬੋਲ ਰਹੇ हैं? सिर्फ यानी कि तौर तो 1 मिनट है। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਿਰਫ 1 ਮਿੰਟ ਹੈ। ਹਾਂਜੀ, ਤੁਸੀਂ ਗੁਲਾਮੀ, ਅੱਜ ਵੀ ਗੁਲਾਮੀ ਭਾਜੀ ਇੰਡੀਆ 'ਚ। ਹਾਂਜੀ 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 ਹਾਂਜੀ। ਜਿਹੜਾ ਭੇੜ ਤੇ ਇੱਕ ਬਾਂਦਰ ਹਲ ਗਿਆ 2014 ਦਾ। ਗੁਲਾਮੀ ਬਹੁਤ ਮੁਸ਼ਕਲ ਹੋ ਗਈ ਹੈ। ਠੀਕ ਹੈ ਜੀ, ਗੱਲ ਓਕੇ ਓਕੇ ਜੀ, ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ, ਥੈਂਕ ਯੂ। ਕਿਉਂਕਿ ਟਾਈਮ ਜਾਣੀ ਕਿ ਹੁਣ ਬਿਲਕੁਲ ਨਹੀਂ ਹੈਗਾ। ਮੈਂ ਇੱਕ ਵਾਰੀ ਫਿਰ ਤੁਹਾਡਾ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਆਪਣੇ ਕੀਮਤੀ ਵਿਚਾਰ ਜਿਹੜੇ ਹੈਗੇ ਆ ਸਾਡੇ ਸਾਰਿਆਂ ਨਾਲ ਸਾਂਝੇ ਕੀਤੇ ਆ, ਜਿਹਦੇ ਤੋਂ ਬਹੁਤ ਕੁਛ ਅਸੀਂ ਲਰਨ ਕਰਦੇ ਹਾਂ। ਅਗਲੇ ਹਫ਼ਤੇ ਤੁਹਾਡੇ ਲਈ ਮੈਂ ਫਿਰ ਕੋਈ ਇਹੋ ਜਿਹਾ ਸਬਜੈਕਟ ਲੈ ਕੇ ਆਊਂਗਾ ਜਿਹਦੇ 'ਤੇ ਆਪਾਂ ਫਿਰ ਭਰਪੂਰ ਡਿਸਕਸ਼ਨ ਕਰਾਂਗੇ। ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਹੈਗੇ, ਇਹਦੇ ਬਾਰੇ ਸਾਨੂੰ ਫੀਡਬੈਕ ਜ਼ਰੂਰ ਦਿਓ। ਸਾਡੇ ਸਟੂਡੀਓ 'ਤੇ ਟੈਲੀਫੋਨ ਕਰ ਸਕਦੇ ਹਾਂ, ਮੇਰਾ ਨੰਬਰ ਵੀ ਉਹਨਾਂ ਤੋਂ ਲੈ ਸਕਦੇ ਹਾਂ, ਤਾਂ ਕਿ ਜਿੱਥੋਂ ਜਾਣੀ ਤੁਹਾਨੂੰ ਲੱਗਦਾ ਹੈਗਾ ਇੱਥੋਂ ਆਪਾਂ ਹੋਰ ਇੰਪਰੂਵਮੈਂਟ ਕਰ ਸਕਦੇ ਹਾਂ, ਉਹਦੇ 'ਤੇ ਮੈਂ ਫਿਰ ਜਾਣੀ ਕਿ ਗੌਰ ਕਰ ਸਕਾਂ। ਤੁਹਾਡੇ ਵਿਚਾਰ ਜਿਹੜੇ ਹੈਗੇ ਆ ਬਹੁਤ ਕੀਮਤੀ ਹੈ। ਜੋ ਸੁਜੈਸ਼ਨ ਵੀ ਤੁਸੀਂ ਦਿੰਦੇ ਹੈਗੇ ਉਹਨਾਂ ਨੂੰ ਇਸ ਪ੍ਰੋਗਰਾਮ ਵਿੱਚ ਮੈਂ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਕਿ ਪ੍ਰੋਗਰਾਮ ਨੂੰ ਹੋਰ ਵੀ ਤੁਹਾਡਾ ਹਰਮਨ ਪਿਆਰਾ ਬਣਾਇਆ ਜਾ ਸਕੇ। ਇਹ ਜਿਹੜੇ ਮਸਲੇ ਹੈਗੇ ਆ ਸਾਡੇ ਸਮਾਜਿਕ ਮਸਲੇ ਹੈਗੇ ਆ, ਅਤੇ ਇਹਨਾਂ ਨੂੰ ਇਹਦੇ ਵਿੱਚ ਪੋਲੀਟਿਕਸ ਵੀ ਆ ਜਾਂਦੀ ਹੈਗੀ, ਇਹਦੇ ਵਿੱਚ ਰਿਲੀਜੀਅਸ ਇਸ਼ੂਜ਼ ਵੀ ਜਾਣੀ ਕਿ ਆ ਜਾਂਦੇ ਹੈਗੇ ਆ। ਕਿਉਂਕਿ ਜਿੰਨੀਆਂ ਵੀ ਦੁਨੀਆ ਵਿੱਚ ਚੇਂਜਸ ਆਈਆਂ ਹੈਗੀਆਂ ਉਹਨਾਂ ਲੋਕਾਂ ਚੇਂਜਸ ਲਿਆਂਦੀਆਂ ਜਿਹਨਾਂ ਨੂੰ ਲੱਗਦਾ ਵੀ ਗਲਤ ਕੰਮ ਹੋ ਰਿਹਾ ਹੈਗਾ। ਇਸ ਕਰਕੇ ਆਪਣੇ ਇੰਡੀਵਿਜੂਅਲ ਪ੍ਰਿੰਸੀਪਲਸ 'ਤੇ ਡਟੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਭੇਡਚਾਲੀਏ ਬਣ ਤੋਂ ਬਚੋ। ਮੈਂ ਜਾਣੀ ਕਿ ਇੱਥੇ ਬਸ ਕਰਾਂ, ਤੁਹਾਨੂੰ ਮਿਲੂਗਾ ਅਗਲੇ ਹਫ਼ਤੇ। ਹੈਵ ਏ ਗੁੱਡ ਡੇ ਐਂਡ ਬੈਸਟ ਵਿਸ਼ੇਸ ਐਂਡ ਟੇਕ ਕੇਅਰ। ਬਾਏ ਬਾਏ।